ਉਹਦੇ ਕੋਲੋਂ ਹੀ ਕਿਤਾਬਾਂ ਪੜਵਾਓ, ਜਿਹੜੀ ਗੱਲ ਕਰਨੀ ਹੈ। ਅੱਛਾ, ਤੁਸੀਂ ਕਾਲ ਕਰੋ ਤੇ ਆਪੇ ਤੈਮੂਰ ਜਿਹੜਾ ਨਾ ਸਾਂਭ ਲੈਂਦਾ ਲਾਈਵ। ਠੀਕ ਹੈ ਜੀ, ਤੈਮੂਰ ਸਾਂਭੀ ਲਾਈਵ ਯਾਰ। ਓਕੇ ਸ਼ਾਦ ਭਾਈ, ਓਕੇ। ਹਜ਼ਰਤ ਨੂਨ, ਤੇਰੇ ਤੇ ਮੈਨੂੰ ਬੜਾ ਦੁੱਖ ਸੀ, ਠੀਕ ਹੈ, ਕਿ ਤੂੰ ਆਪਣੇ ਆਪ ਨੂੰ ਤਾਂ ਪਾਕਿਸਤਾਨੀ ਕਹਿੰਦਾ ਵਾ, ਲੇਕਿਨ ਜੇ ਤੈਨੂੰ ਕੋਈ ਤਕਲੀਫ ਹੈ ਨਾ, ਮੈਂ ਤੈਨੂੰ ਆਪਣੀ ਬਰਾਡ ਪ੍ਰੋਵਾਈਡ ਕਰਨਾ। ਸਾਡੇ ਸ਼ਾਇਦ ਭਾਈ ਸੁਣ ਰਹੇ ਹੋ ਤੇ ਪਿੱਛੇ ਨਾ ਜਾਇਓ, ਤੁਹਾਡੀ ਮਿਹਰਬਾਨੀ ਹੈ, ਬਰਾਬਰ ਹੈ ਜਾਏਗੀ ਤੇ ਇਸ ਨੂੰ ਨਾ ਮਿਨੀਮਾਈਜ਼ ਨਾ ਕਰੋ, ਇਹਨੂੰ ਸਾਹਮਣੇ ਲੈ ਕੇ ਆਓ ਆਪਣੀ ਜਿਹੜੀ ਆਈਡੀ ਹੈ। ਇਹ ਕੰਮ ਖਰਾਬ ਹੋ ਜਾਣਾ ਜੀ। ਤੈਮੂਰ ਨੂੰ ਵੱਡਾ ਕਰ ਦੇਣਾ, ਫਿਰ ਛੋਟੀ ਕਰਕੇ ਚਲਾ ਜਾ, ਪਿੱਛੇ ਜਾਣਾ ਹੀ ਹੈ, ਤੂੰ ਐਡੀ ਇੰਪੋਰਟੈਂਟ ਹੋ ਗਈ ਇਹ ਗੱਲ ਤੇ। ਚਲੋ ਜੀ ਤੈਮੂਰ ਸਾਹਿਬ, ਤੁਸੀਂ ਸੰਭਾਲੋ, ਟੇਕ ਓਵਰ। ਮੋਸਟ ਲਾਈਕਲੀ ਉਹੀ ਗੱਲ ਹੋਏਗੀ ਜਿਹੜੀ ਅਸੀਂ ਕਰ ਰਹੇ ਸੀ ਪਹਿਲੇ। ਛੋੜੋ ਸ਼ਾਹ ਜੀ, ਛੋੜੋ, ਕਰਨ ਦੇ ਯਾਰ, ਪਰਸਨਲ ਕੋਈ ਵੀ ਹੋ ਸਕਦੀ, ਦਫਾ ਕਰੋ। ਅੱਛਾ ਜੀ, ਜੀ ਤੈਮੂਰ ਸਾਹਿਬ ਬੋਲੋ। ਦੇਖੋ ਕਿ ਜ਼ਾਨੀਆਂ ਦੇ ਬੱਚੇ ਨੇ, ਇਹਨਾਂ ਦੇ ਵਿੱਚ 1938 31 ਅਗਸਤ ਅਲ ਫਜ਼ਲ ਅਖਬਾਰ ਸਫਾ ਪੇਜ ਉਹਦਾ ਸ਼ੁਮਾਰਾ ਹੈ ਕਿ ਇਹਨਾਂ ਦਾ ਜਿਹੜਾ ਮਿੱਕੀ ਮਾਊਸ ਸੀ, ਜਿਵੇਂ ਸ਼ਾਹ ਸਾਹਿਬ ਕਹਿੰਦੇ ਹੁੰਦੇ ਨੇ, ਉਹ ਕਦੀ ਕਦੀ ਜ਼ਨਾਹ ਕਰ ਲੈਂਦਾ ਸੀ। ਉਹ ਤੁਹਾਡੇ ਸਾਹਮਣੇ ਹੀ ਹੈ ਸਾਰਾ, ਕਿ ਜ਼ਾਨੀਆਂ ਦੀਆਂ ਔਲਾਦਾਂ ਨੇ, ਇਹਨਾਂ ਦੇ ਵਿੱਚ ਜ਼ਨਾਹ ਜਿਹੜਾ ਹੈ ਉਹ ਆਮ ਹੈ। ਇਹਨਾਂ ਵਾਸਤੇ ਕੋਈ ਇਹ ਚੰਬੇ ਦੀ ਗੱਲ ਨਹੀਂ ਹੈ, ਕਿਉਂ ਰਾਓ ਸਾਹਿਬ? ਇਹਨਾਂ ਵਾਸਤੇ ਕੋਈ ਚੰਬੇ ਦੀ ਗੱਲ ਹੈ ਵੇ ਕਿ ਜ਼ਨਾਹ ਨੂੰ ਕਰ ਲੈਣ ਬਹੁਤ ਵੱਡੀ ਹੈਰਾਨਗੀ। ਤੁਹਾਡਾ ਇਸਲਾਮ ਦੇ ਨਾਲ ਕੋਈ ਤਾਲੁਕ ਨਹੀਂ ਹੈ। ਜਦੋਂ ਮਿਰਜ਼ੇ ਖੰਜ਼ੀਰ ਨੂੰ 1891 ਦੇ ਅੰਦਰ ਸਾਊਦੀ ਹਕੂਮਤ ਨੇ ਤੁਹਾਨੂੰ ਮੁਰਤਦ ਡਿਕਲੇਅਰ ਕਰ ਦਿੱਤਾ, ਅਹਿਮਦ ਰਜ਼ਾ ਖਾਨ ਬਰੇਲਵੀ ਸਾਹਿਬ ਫਤਵਾ ਲੈ ਕੇ ਆ ਗਏ ਨੇ, ਪੂਰਾ ਹਿੰਦੁਸਤਾਨ ਦੇ ਮੁਸਲਮਾਨ ਜਿਹੜੇ ਉਸ ਵਕਤ ਦੇ ਮੁਸਲਮਾਨ ਸਨ, ਸਾਰੇ ਨੇ ਤੁਹਾਨੂੰ ਮੁਰਤਦ ਕਿਹਾ। ਕਾਫਰ ਛੱਡਦੇ, ਕਾਫਰ ਕੁਝ ਵੀ ਨਹੀਂ ਹੈ, ਤੁਸੀਂ ਮੁਰਤਦ ਹੋ। ਤੇ ਜਿਹੜੇ ਤੁਹਾਡੀ ਔਲਾਦ ਪੈਦਾ ਹੁੰਦੀ ਹੈ ਉਹ ਜ਼ੰਦੀਕ ਨੇ, ਉਹ ਮੁਰਤਦ ਦੀ ਬਦਤਰੀਨ ਸ਼ਕਲ ਹੈ, ਤੁਹਾਡੀ ਬਖਸ਼ਿਸ਼ ਦਾ ਕੋਈ ਜ਼ਰੀਆ ਨਹੀਂ ਹੈ। ਤੇ ਤੁਸੀਂ ਕਹਿੰਦੇ ਹੋ ਜੀ ਕਿ ਅਸੀਂ ਜਨਾਬ, ਤੁਸੀਂ ਆਪਣੇ ਮਜਰਵਾੜੇ ਦੇ ਉੱਤੇ ਕੰਜਰਖਾਨਾ ਲਿਖ ਲਓ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਤੁਸੀਂ ਜਿਹੜਾ ਮਰਜ਼ੀ ਕਰ ਲਓ ਆਪਣੇ ਕੰਜਰਖਾਨਿਆਂ ਤੇ, ਸਾਨੂੰ ਕੋਈ ਇਤਰਾਜ਼ ਨਹੀਂ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਮਲੇਸ਼ੀਆ ਦੇ ਅੰਦਰ ਵੀ ਤੇ ਕਾਫਰ ਬਣ ਕੇ ਰਹਿੰਦੇ ਹੋ ਨਾ, ਉੱਥੇ 10-10 ਸਾਲ 20-20 ਸਾਲ ਤੁਸੀਂ ਉੱਥੇ ਆਪਣੇ ਆਪ ਨੂੰ ਕਾਫਰ ਡਿਕਲੇਅਰ ਕਰਕੇ ਬਾਹਰ ਆਪਣੇ ਕੰਜਰਖਾਨੇ ਦੇ ਬਾਹਰ ਤੁਸੀਂ ਸਟicker ਲਾਏ ਹੈ ਕਿ ਅਨਾ ਬੁਕਰਤਨ ਇਸਲਾਮ। ਤੁਹਾਡਾ ਇਸਲਾਮ ਦੇ ਨਾਲ ਕੋਈ ਤਾਲੁਕ ਨਹੀਂ ਹੈ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਤੁਸੀਂ ਵੈਸੇ ਵੀ ਜਿਹੜੇ ਮਜਰਵਾੜੇ ਤੁਸੀਂ ਕੰਜਰ ਹਯਾਤਾ ਖਾਸ ਬਣਾਏ ਹੈ, ਕੰਜਰਖਾਨਾ ਹੀ ਕਰਨਾ, ਰੰਡੀ ਬਾਜ਼ੀ ਕਰਨੀ ਹੈ। ਮਿਰਜ਼ਾ ਵੀ ਸਾਰੀ ਉਮਰ ਇਹੀ ਕਰਦੇ ਰਹੇ, ਨੱਛੋ ਦੀ ਚਰਪਾਈ। ਓ ਸੌਰੀ, ਮੁਫਤੀ ਸਾਹਿਬ ਆ ਗਏ। अस्सलाम वालेकुम मुफ्ती साहब। अस्सलाम वालेकुम रहमतुल्लाह बरकातहू। मुफ्ती साहब माजरत, ਤੁਸੀਂ ਕਾਫੀ ਦੇਰ ਦੀ ਕਾਲ ਪਾਈ ਸੀ ਤੇ ਮੈਨੂੰ ਨਜ਼ਰ ਸ਼ੋ ਨਹੀਂ ਹੋ ਰਹੀ, ਮੇਰਾ ਮੋਬਾਈਲ ਬੜਾ ਸਲੋ ਹੈ, ਮਾਜ਼ਰਤ ਦੇ ਨਾਲ। ਨਹੀਂ ਸਰ ਜੀ, ਹੁਣ ਤੁਸੀਂ ਆ ਗਏ, ਮੈਂ ਕਿੱਥੇ ਬੋਲ ਸਕਦਾ ਹਾਂ। ਮੇਰੀ ਤਾਂ ਬ੍ਰੇਕਾਂ ਲੱਗ ਗਈਆਂ ਨੇ, ਮੈਂ ਤਾਂ ਤਸਵੀਰ ਵੇਖੀ ਤੇ ਮੈਂ ਇਹ ਸਾਰਾ ਮਸਲਾ ਜਿਹੜਾ ਨਾ ਹਾਫਿਜ਼ ਸੁਲੇਮਾਨ ਦੀ ਵਜ੍ਹਾ ਨਾਲ ਥੋੜਾ ਜਿਹਾ ਸਟਾਰਟ ਹੋਇਆ ਸੀ, ਜਿਹਦੀ ਵਜ੍ਹਾ ਨਾਲ ਮਲਕ ਨੇ ਜ਼ਾਤੀਆਤ ਉੱਤੇ ਸ਼ਾਹਰਾਂ ਨੂੰ ਟਾਰਗੇਟ ਕਰਨੇ ਵਾਸਤੇ ਜਿਹੜਾ ਉਹ ਗੱਲ ਬਹੁਤ ਜ਼ਿਆਦਾ ਅੱਗੇ ਤੂਲ ਦੇ ਕੇ ਵਧਾ ਦਿੱਤੀ ਹੈ। ਹਾਫਿਜ਼ ਸੁਲੇਮਾਨ
ਇਹ ਮੇਰੇ ਖਿਆਲ ਵਿੱਚ ਸ਼ੁਰਤੇ ਦੀ ਬਰਾੜ ਦੇ ਬਹਿਣਾ ਸ਼ੁਰੂ ਹੋਇਆ ਸੀ ਆ ਕੇ, ਤੇ ਉਸ ਤੋਂ ਬਾਅਦ ਬਾਕੀ ਉਮੇ ਦੀ ਬਰਾੜ ਦੇ ਜਾ ਕੇ ਬਹਿਣਾ ਸ਼ੁਰੂ ਹੋਇਆ, ਤੇ ਮਤਲਬ ਉੱਥੋਂ ਇਹ ਕਹਿੰਦੇ ਤੇ ਮੈਂ ਸ਼ਕਲ ਦਿਖਾ ਦੇਣਾ। ਨਹੀਂ ਨਹੀਂ, ਨਵਾਂ ਬੰਦਾ, ਤੁਸੀਂ ਨਹੀਂ ਜਾਣਦੇ। ਹਾਂ ਦੇਖੋ, ਸਾਡੇ ਬੰਦੇ ਕੋਲੋਂ ਸਿਰਫ ਇਹ ਗਲਤੀ ਹੋਈ ਹੈ ਜਾਂ ਕੋਈ ਉਹਨਾਂ ਨੇ ਪਹਿਲੇ ਗੱਲ ਸ਼ੁਰੂ ਕੀ ਸਾਨੂੰ ਜਿਹੜਾ ਉਹ ਹੁਣ ਇਸ ਨੂੰ ਕਿਸ ਤਰ੍ਹਾਂ ਕਰਕੇ ਬਿਆਨ ਕਰਾਂਗੇ। ਉਹਨੇ ਕਿਹਾ ਜੀ ਤੁਸੀਂ ਕਾਦੀਆਨੀ ਹੋ, ਤੇ ਇਸ ਤਰ੍ਹਾਂ ਕਰਕੇ ਗੱਲ ਛੁੜੀ। ਉਹਨਾਂ ਨੇ ਸਾਡੇ ਮੱਥੇ ਉੱਤੇ ਇਹ ਗੱਲ ਮਾਰੀ ਕਿ ਆਮਰ ਨੇ ਉਸ ਨੂੰ ਕਿਹਾ ਕਿ ਵੀ ਤੂੰ ਮਰਜ਼ਈ ਹੋ ਜਾ ਜਾਂ ਨਹੀਂ ਹੋ ਜਾ, ਇਸ ਤਰ੍ਹਾਂ ਦੀ ਕੋਈ ਗੱਲ ਸ਼ੁਰੂ ਹੋਈ ਸੀ, ਜਿਹਦੀ ਵਜ੍ਹਾ ਨਾਲ ਇਹ ਗੱਲ ਮਲਕ ਨੇ ਜ਼ਾਤੀਆਤ ਉੱਤੇ ਅੱਗੇ ਲੈ ਕੇ ਉਹ ਕੋਸ਼ਿਸ਼ ਇਹ ਕਰਦਾ ਸੀ ਕਿ ਸਮਹਾਓ ਚੰਦਾ ਬਾਜੀ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਸਾਹਮਣੇ ਲੈ ਕੇ ਆਏ। ਫਿਰ ਇਹ ਗੱਲ, ਇਸ ਤੋਂ ਪਹਿਲੇ ਗੱਲ ਜਿਹੜੀ ਸੀ ਉਹ ਇਹ ਸੀ ਕਿ ਚੰਦਾ ਬਾਜੀ ਨੂੰ ਆਪਣੀ ਬਰਾੜ ਦੇ ਮਲਕ ਨੇ ਬੁਲਾ ਕੇ ਅਲਫ ਚੁਕਵਾਇਆ। ਅਲਫ ਕਿਹਦੇ ਕੋਲ ਚੁਕਵਾਇਆ? ਉਮੇ ਨਾਲ ਬੈਠੀ ਹੋਈ ਸੀ, ਤੇ ਜਿਹੜੀ ਬਿਆਨ ਦੇ ਰਹੀ ਸੀ ਕਿ ਇਹ ਗੱਲਾਂ ਚੰਦਾ ਬਾਜੀ ਨੇ ਕੀਤੀਆਂ ਨੇ, ਤੇ ਉਹਦਾ ਕੰਮ ਬੰਦਾ ਸੀ ਮਲਕ ਦਾ ਕਿ ਜਿਸ ਵੇਲੇ ਚੰਦਾ ਬਾਜੀ ਇਹ ਗੱਲ ਕਰ ਰਹੀ ਹੈ ਜਾਂ ਉਸਨੇ ਇਲਜ਼ਾਮ ਲਾਇਆ ਚੰਦਾ ਬਾਜੀ ਉੱਤੇ, ਤੇ ਉਹਦਾ ਵੀ ਇਹ ਕੰਮ ਬੰਦਾ ਸੀ ਮਲਕ ਦਾ ਕਿ ਚੰਦਾ ਕੋਲੋਂ ਅਲਫ ਚੁਕਵਾਇਆ ਗਿਆ ਤੇ ਉਮੇ ਕੋਲ ਵੀ ਅਲਫ ਚੁਕਵਾਇਆ ਜਾਣਾ ਚਾਹੀਦਾ ਸੀ, ਜਿਹੜਾ ਕਿ ਉਸਨੇ ਨਹੀਂ ਚੁੱਕਿਆ। ਉਸਨੇ ਜਾ ਕੇ ਚੰਦਾ ਨੂੰ ਬਹੁਤ ਲਾਨ ਤਾਨ ਕੀਤੀ, ਉੱਥੇ ਜਾ ਕੇ ਉਹਦੇ ਬਾਰੇ 'ਚ ਗੱਲਾਂ ਕੀਤੀਆਂ, ਹਰ ਬਰਾੜ ਦੇ ਬਹਿ ਕੇ ਉਹ ਗੱਲਾਂ ਕਰ ਰਿਹਾ ਹੈ, ਤੇ ਅਸੀਂ ਉਸ ਨੂੰ ਜਵਾਬ ਨਹੀਂ ਦਿੱਤਾ, ਕੋਈ ਵੀ ਜਵਾਬ ਨਹੀਂ ਦਿੱਤਾ। ਇੱਕ ਹੱਦ ਹੁੰਦੀ ਹੈ, ਹੱਦ ਤੋਂ ਜਿਸ ਵੇਲੇ ਉਹ ਵਧਿਆ ਹੈ ਤੇ ਫਿਰ ਅਸੀਂ ਉਸ ਤੋਂ ਬਾਅਦ ਉਸ ਨੂੰ ਜਿਹੜਾ ਉਹ ਜਵਾਬਾਤ ਦੇਣਾ ਸ਼ੁਰੂ ਕੀਤੇ ਨੇ। Hi, Jonah. You watching your sister on the swing? Aw. जी जी नहीं मलक ਉਹਦਾ ਨਾਮ ਮਲਕ ਭਾਈ ਲੋਕ ਮਲਕ ਕਾਮਰਾਨ ਨਾ ਹੈ, ਮੈਨੂੰ ਨਾਂ ਦਾ ਨਹੀਂ ਪਤਾ ਉਹਦੇ। ਮਲਕ ਅਲੀ ਕਾਮਰਾਨ, ਉਹਦਾ ਕਾਮਰਾਨ ਹੀ ਨਾਮ ਹੈ ਮੁਫਤੀ ਸਾਹਿਬ, ਮਲਕ ਅਲੀ ਕਾਮਰਾਨ ਇਦਾਂ ਕਰਕੇ। ਬ੍ਰੌਡ ਡਿੱਗ ਪਈ ਸੀ, ਆਈ ਮਰ ਗਿਆ ਫੋਨ ਉਹਨੇ ਕੀਤਾ ਹੁੰਦੇ ਨੇ। ਸ਼ਾਇਦ ਭਾਈ ਤੁਹਾਡੀ ਆਵਾਜ਼ ਆ ਰਹੀ ਹੈ, ਕੀ ਕਹਿਣਾ ਚਾਹ ਰਹੇ ਹੋ? ਸੌਰੀ, ਮੇਰੇ ਨਾ ਉਹਨੇ ਕੀ ਕਹਿੰਦੇ ਨੇ ਬ੍ਰੌਡ ਡਿੱਗ ਪਈ ਸੀ, ਅੱਛਾ, ਆਪਨੇ ਫੋਨ ਕੀਤਾ ਸੀ ਉਹਦੀ ਵਜ੍ਹਾ ਤੋਂ ਅੱਛਾ ਡਿੱਗ ਪਈ ਸੀ। ਮਾਜ਼ਰ ਫॉर योर इनकन्वीनियंस। ਆਮਰ ਵਾਲੀ ਗੱਲ ਜ਼ਰਾ ਕਲੀਅਰ ਕਰ ਸਕਦੇ ਹੋ ਮੁਫਤੀ ਸਾਹਿਬ ਨੂੰ ਤੁਸੀਂ? ਸ਼ਾਇਦ ਭਾਈ ਗੱਲ ਸਟਾਰਟ ਕਿਉਂ ਹੋਈ ਸੀ? ਜਿਹੜੀ ਆਮਰ ਦੀ ਤੇ ਹਾਫਿਜ਼ ਸੁਲੇਮਾਨ ਦੀ ਆਪਸ ਵਿੱਚ ਹੋਈ ਸੀ, ਤੇ ਉਸ ਵਿੱਚ ਜੰਗ ਮਾਰੀ ਹੈ ਇਸਨੇ ਮਲਕ ਨੇ, ਤੇ ਉਸ ਤੋਂ ਬਾਅਦ ਆਇਆ ਟਾਈਗਰ, ਤੇ ਉਸ ਤੋਂ ਬਾਅਦ ਫਿਰ ਆਇਆ ਆਪਣਾ ਅਸਦ ਆਇਆ। ਇਹ ਮੁਫਤੀ ਸਾਹਿਬ अस्सलाम वालेकुम, सब तो पहले थे वालेकुम अस्सलाम। सॉरी माजर चना, मैं मेरा फोन आया था इसके आसपास नहीं समझते। अच्छा मुफ्ती साहब ਇਹ ਗੱਲ ਇਹ ਹੋਈ, ਗੱਲ ਵੱਧ ਜਾਂਦੀ ਹੈ, ਚਲੋ ਛੱਡੋ ਸ਼ਾਇਦ ਭਾਈ ਜੀ, ਤੇ ਮੈਂ ਥੋੜੀ ਜਿਹੀ ਅਰਜ਼ ਕਰਦੇ ਆ, ਤੇ ਗੱਲਾਂ ਫਿਰ ਵੱਧ ਜਾਂਦੀਆਂ ਨੇ। ਗੱਲ ਵਧਾਉਣ ਨੂੰ ਫਿਰ ਜਿੰਨਾ ਮਰਜ਼ੀ ਬੰਦਾ ਵਧਾ ਲਵੇ, ਤੇ ਕਹਿਣ ਦਾ ਮਕਸਦ ਹੈ ਵੇ ਕਿ ਹੈ ਤੇ ਸਾਰੇ ਆਪਣੇ ਹੀ ਨੇ ਨਾ ਭਾਈ, ਪਿਆਰੇ ਹੀ ਭਰਾ ਨੇ। ਉਹ ਕਾਮਰਾਨ ਭਾਈ ਨੇ ਜਾਂ ਮਤਲਬ ਅਸਦ ਭਾਈ ਨੇ, ਹਾਂਜੀ, ਤੇ ਸਾਰੇ ਆਪਣੇ ਲੋਕ ਹੀ ਨੇ। ਸ਼ਾਹਿਦ ਭਾਈ ਨੇ, ਆਮਿਰ ਅਵਾਨ ਭਾਈ ਨੇ, ਸ਼ਾਹ ਜੀ ਨੇ, ਉਮੈਰ ਸ਼ਾਹ ਨੇ, ਜਾਂ ਚੰਦਾ ਬਾਜੀ ਹੈ। ਇਹ ਸਾਡੀ ਮਤਲਬ ਸਾਰੀ ਟੀਮ ਹੈ, ਅਸੀਂ ਟਿਕ ਟਾਕ ਦੀ ਟੀਮ ਇੱਕ, ਤੇ ਆਪਸ 'ਚ ਸਾਰੇ ਅਸੀਂ ਭੈਣ ਭਰਾਵਾਂ ਔਰ ਮਿਲ ਜੁਲ ਕੇ ਕੰਮ ਕਰ ਰਹੇ ਹਾਂ। ਤੇ ਬਸਾ ਔਕਾਤ ਇਹ ਹੁੰਦਾ ਵੇ ਕਿ ਸ਼ੈਤਾਨ ਜਿਹੜਾ ਨਾ ਉਹ ਫਿਰ ਗਲਤ ਫਹਿਮੀਆਂ ਜਿਹੀਆਂ ਪਾ ਦਿੰਦਾ ਹੈ, ਤੇ ਉਹ ਗਲਤ ਫਹਿਮੀਆਂ ਫਿਰ ਬੜੀਆਂ ਦੂਰ ਨਿਕਲ ਜਾਂਦੀਆਂ ਨੇ, ਤੇ ਉਹ ਨਾ ਛੋਟਾ ਛੋਟਾ ਕੀਨਾ ਤੇ ਬੁਗਜ਼ ਤੇ ਉਹ ਬਹਿ ਜਾਂਦਾ ਹੈ ਫਿਰ। ਕਿਉਂਕਿ ਸ਼ੈਤਾਨ ਦਾ ਕੰਮ ਹੀ ਹੈ ਵੇ ਦਿਲਾਂ ਦੇ ਵਿੱਚ ਜੁਦਾਈਆਂ ਪੈਦਾ ਕਰਨਾ, ਔਰ ਕੋਈ ਇਸ ਕਿਸਮ ਦੇ ਮਾਮਲਾਤ ਪੈਦਾ ਕਰਨਾ। ਸਿਰਫ ਦੋ ਲਫ਼ਜ਼ਾਂ 'ਚ ਗੱਲ ਕਰਸਾਂ, ਇਹ ਸਾਰੀ ਸ਼ੈਤਾਨਗੀ ਜਿਹੜੀ ਕੀਤੀ ਹੈ ਨਾ, ਠੀਕ ਹੈ, ਇਹ ਹਾਫਿਜ਼ ਨੇ ਕੀਤੀ ਸੀ। ਹਾਫਿਜ਼ ਨੇ ਹੀ ਅਸਦ ਡੀਜੇ ਨੂੰ ਇਨਵੋਲਵ ਕੀਤਾ ਸੀ। ਹਾਫਿਜ਼ ਇੱਕ ਨਵਾਂ ਕੋਈ ਨਵਾਂ ਬੰਦਾ, ਨਵੀਂ ਆਈਡੀ ਆਈ ਹੈ। ਅੱਛਾ, ਮੈਂ ਇਹਦੇ ਤੇ ਗੱਲ ਕਰ ਰਿਹਾ ਜੀ। ਉਹ ਇਹ ਵੇ ਕਿ ਨਵੇਂ ਬੰਦੇ ਇੰਜ ਦੇ ਤੇ ਉਹ ਆਉਂਦੇ ਹੀ ਰਹਿਣੇ ਨੇ। ਉਹ ਤੇ ਵੇਖੋ ਨਾ, ਇਹ ਹੁਣ ਚੰਦ ਦਿਨ ਮੈਂ ਟਿਕਟਾਕ ਤੋਂ ਗਾਇਬ ਰਿਹਾ ਵਾਂ, ਤੇ ਇੱਕ ਬੰਦਾ ਨਵਾਂ ਐਂਟਰ ਹੋ ਕੇ ਉਹਨੇ ਵੇਖੋ ਇੰਤਸ਼ਾਰ ਫੈਲਾ ਦਿੱਤਾ ਹੈ ਨਾ। ਇੰਜ ਆਉਂਦੇ ਹੀ ਰਹਿਣੇ ਨੇ। ਅਸੀਂ ਚੰਦ ਦਿਨ ਹੋਰ ਵਿੱਚੋਂ ਗਾਇਬ ਹੋ ਜਾਈਏ ਤੇ ਯਕੀਨ ਜਾਨੋ ਇਹਨਾਂ
ਚੰਦ ਦਿਨਾਂ ਦੇ ਵਿੱਚ ਹੀ ਹੋਰ ਬੜੀਆਂ ਆਈਡੀਆਂ ਆ ਜਾਣਗੀਆਂ। ਇਹ ਮੁਫਤੀ ਸਾਹਿਬ ਜ਼ਰਾ ਮੇਰੀ ਪ੍ਰੋਫਾਈਲ ਤੇ ਉਹਦੀ ਫੋਟੋ ਲੱਗੀ ਹੈ, ਇਹ ਬੰਦਾ ਹੈ। ਉਹ ਚਲੋ ਕੋਈ ਵੀ ਹੈ ਯਾਰ, ਸਾਨੂੰ ਨੀ ਚਲੋ ਕਿਸੇ ਨਾਲ ਸ਼ਾਹ ਜੀ ਦਫਾ ਕਰੋ ਲੈਣਾ। ਇਹਨਾਂ ਲੋਕਾਂ ਸਾਨੂੰ ਨੂੰ। ਅਸੀਂ ਕਿਸੇ ਦੇ ਜ਼ਾਤ ਦੇ ਉੱਤੇ ਨਹੀਂ ਜਾਂਦੇ, ਤੇ ਬਸ ਜਿਹੜੀ ਇੱਕ ਉਸੂਲੀ ਗੱਲ ਹੁੰਦੀ ਹੈ ਅਸੀਂ ਉਹ ਹੀ ਕਰਾਂਗੇ। ਅਸੀਂ ਡਿਬੇਟਰ ਹਾਂ, ਅਸੀਂ ਕੋਈ ਮਤਲਬ ਕੋਈ ਅਸੀਂ ਗੁੰਡੇ ਤੇ ਨਹੀਂ ਹੈ, ਤੇ ਗੁੰਡਿਆਂ ਦਾ ਕੰਮ ਹੈ ਇਹ ਬਰਾਡਾ, ਓਏ ਤੈਨੂੰ ਮੈਂ ਇੰਝ ਕਰ ਦੇਣਾ, ਤੈਨੂੰ ਮੈਂ ਇੰਝ ਕਰ ਦੇਣਾ, ਓਏ ਮੈਂ ਹੁਣ ਤੇਰੇ ਟਾਰਗੇਟ ਕਰਨਾ ਹੈ, ਇਹ ਗੁੰਡਿਆਂ ਦਾ ਕੰਮ ਹੁੰਦਾ ਹੈ। ਅਸੀਂ ਗੁੰਡੇ ਲੋਕ ਤੇ ਨਹੀਂ ਹੈ, ਅੱਲਾ ਮਾਫ ਕਰੇ। ਟਾਰਗੇਟ ਟੁਰਗਟ ਨੇ ਗੁੰਡੇ ਕਰਦੇ ਨੇ, ਜਿਨ੍ਹਾਂ ਦਾ ਕੋਈ ਦੀਨ ਮਜ਼ਹਬ ਨਾਲ ਕੋਈ ਤਲਕ ਵਾਸਤਾ ਨਹੀਂ ਹੁੰਦਾ, ਉਹ ਇੰਜ ਦੇ ਕੰਮ ਕਰਦੇ ਨੇ। ਤੇ ਸਾਨੂੰ ਤੇ ਇਹਨਾਂ ਚੀਜ਼ਾਂ ਨਾਲ ਹੈ ਹੀ ਕੋਈ ਨਹੀਂ। ਅਸੀਂ ਦਲੀਲ ਵਾਲੇ ਲੋਕ ਹਾਂ, ਜਿਹੜੀ ਵੀ ਗੱਲ ਕਰਾਂਗੇ ਦਲੀਲ ਨਾਲ ਕਰਾਂਗੇ। ਹਾਂਜੀ, ਤੇ ਬਕਾਇਆ ਕਿਸੇ ਦੇ ਜ਼ਾਤੀ ਮਾਮਲੇ 'ਚ ਅਸੀਂ ਕਦੀ ਪਏ ਹੀ ਨਹੀਂ। ਤੇ ਸਾਡੀ ਜ਼ਾਤੀਆਤ ਦੇ ਉੱਤੇ ਜਿਹੜਾ ਗੱਲ ਕਰਦਾ ਹੈ ਤੇ ਉਹਨੂੰ ਅਸੀਂ ਕਦੀ ਕੁਝ ਕਿਹਾ ਕੋਈ ਨਹੀਂ। ਤੇ ਬਸ ਇੰਜ ਦੀ ਸਿੰਪਲ ਜਿਹੀ ਇੱਕ ਜ਼ਿੰਦਗੀ ਹੈ ਸਾਡੀ। ਤੇ ਉਹ ਕੁਝ ਮੈਨੂੰ ਮੈਸੇਜ ਮਸੂਲ ਹੋਏ ਨੇ WhatsApp ਤੇ ਆਪਣੇ ਪਿਆਰੇ ਦੋਸਤਾਂ ਦੇ, ਤੇ ਬਸ ਮੈਨੂੰ ਫਿਰ ਜ਼ਿਹਨ 'ਚ ਆਇਆ ਕਿ ਮੈਂ ਇਸ ਮੌਜੂ ਦੇ ਉੱਤੇ ਗੁਫ਼ਤਗੂ ਕਰਾਂ। ਤੇ ਮੈਨੂੰ ਪਤਾ ਚੱਲ ਗਿਆ ਕਿ ਕੋਈ ਛੇੜਛਾੜ ਹੋਈ ਹੈ, ਕੋਈ ਦੁਬਾਰਾ ਕੰਮ ਨਾ ਕੋਈ ਸ਼ੁਰੂ ਹੋਇਆ ਹੈ। ਅੱਛਾ, ਰਹੀ ਬਾਤ ਉਹ ਟੀਮ ਇੱਕ, ਉਹ ਜਿਹੜੀ ਟੀਮ ਸੀ ਪੁਰਾਣੀ ਟੀਮ ਗਾਲੀ ਗਲੋਚ ਵਾਲਿਆਂ ਦੀ, ਅਬਿਊਜ਼ਰਸ ਦੀ, ਤੇ ਉਹ ਯਾਰ ਉਹ ਤੇ ਉਹਨਾਂ ਨਾਲ ਤੇ ਅਸੀਂ ਇੱਕ ਅਰਸੇ ਦਾ ਜਿਹੜਾ ਵੇ ਬਾਈਕਾਟ ਹੀ ਜੇ ਕੀਤਾ ਵੇ, ਤੇ ਉਹਨਾਂ ਨਾਲ ਸਾਨੂੰ ਕੋਈ ਲੈਣਾ ਦੇਣਾ ਹੀ ਕੋਈ ਨਹੀਂ ਹੈ। ਹਾਂਜੀ, ਕਦੀ ਕੋਈ ਉਹਨਾਂ ਦਾ ਕਦੀ ਅਸੀਂ ਕੋਈ ਸਾਡੇ ਬਾਰੇ ਉਹ ਬਰਾਡਾਂ ਕੋਈ ਸੁਣਿਆ ਕਰ ਰਹੇ ਨੇ, ਫੇਰ ਕਰ ਰਹੇ ਨੇ, ਮੈਨੂੰ ਵੀ ਵਿੱਚ ਰਹਾ ਰਹੇ ਨੇ। ਤੇ ਮੇਰਾ ਵੀਰ ਕੋਈ ਨਹੀਂ, ਮੁਬਸ਼ਰ ਸ਼ਾਹ ਨੂੰ ਰੱਤੀ ਬਰਾਬਰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਨਾ ਹੀ ਸਾਡੀ ਕਾਜ਼ ਨੂੰ ਕੋਈ ਫਰਕ ਪੈਣਾ ਹੈ। ਜਿੰਜ ਅਸੀਂ ਪਹਿਲੇ ਸਾਂ ਉਂਝ ਹੀ ਅਸੀਂ ਹੁਣ ਆ, ਤੇ ਉਂਝ ਹੀ ਅੱਗੋਂ ਵੀ ਅਸੀਂ ਉਂਝ ਹੀ ਰਹਿਣਾ। ਉਹ ਰੱਤੀ ਬਰਾਬਰ ਫਰਕ ਹੀ ਨਹੀਂ ਆ ਨਾ। ਤੇ ਜਿੰਨੇ ਜੋ ਕੁਝ ਕਰ ਸਕਦਾ ਉਹ ਕਰੇ। ਬਹਰਹਾਲ ਇਹ ਵੇਖ ਮਖਫੀ ਇੱਕ ਪੈਗਾਮ ਹੀ ਦੇਣਾ ਚਾਹੁੰਦਾ ਵਾਂ ਕਿ ਜੇ ਤੇ ਅਗਰ ਤੁਸੀਂ ਵਾਕਈ ਮੁਖਲਿਸ ਹੋ ਔਰ ਈਮਾਨਦਾਰ ਹੋ, ਦੀਨਦਾਰ ਹੋ, ਮੁਸਲਮਾਨ ਹੋ, ਤੇ ਮੇਰਾ ਵੀਰ ਮੁਸਲਮਾਨ ਨੂੰ ਇੰਜ ਦੀਆਂ ਗੱਲਾਂ ਜ਼ੇਬ ਨਹੀਂ ਦਿੰਦੀਆਂ। ਜਿਹੜਾ ਇਸਲਾਮ ਦੀ ਗੱਲ ਕਰੇ ਉਹ ਸਾਡਾ ਭਰਾ ਹੁੰਦਾ ਹੈ। ਤੇ ਇੰਜ ਦੇ ਕੰਮ ਤੇ ਗੁੰਡਿਆਂ ਦੇ ਕੰਮ ਹੁੰਦੇ ਨੇ, ਚਰਸੀਆਂ ਤੇ ਮਵਾਲੀਆਂ ਦੇ ਕੰਮ ਹੁੰਦੇ ਨੇ ਜਿਹੜੇ ਕੰਮ ਤੁਸੀਂ ਕਰ ਰਹੇ ਹੋ। ਤੇ ਇਹ ਕੰਮ ਛੱਡ ਦਿਓ ਬਸ। ਤੁਹਾਨੂੰ ਪਹਿਲੇ ਵੀ ਬੜੀ ਵਾਰੀ ਸਮਝਾਇਆ, ਤੇ ਫਿਰ ਤੁਸੀਂ ਉਹੀ ਕੰਮ ਸ਼ੁਰੂ ਕਰ ਲਿਆ। ਤੁਹਾਨੂੰ ਹੋਰ ਕੋਈ ਕੰਮ ਨਹੀਂ ਪਾਗਲੋ, ਕੋਈ ਕੰਮ ਕਰੋ, ਕੋਈ ਕੰਮ ਕਰਕੇ ਵਹਾਓ ਕੋਈ ਹੈ। ਤੇ ਮੁਖਾਲਫਤ ਐਵੇਂ ਕਰਕੇ ਗੱਲ ਹੈ ਵੀ ਤੁਹਾਨੂੰ ਤੇ ਅੱਲਾ ਤੇ ਯਕੀਨ ਹੈ ਹੀ ਨਹੀਂ। ਅੱਲਾਹ ਤਾਲਾ फरमाता है कि वातु इज्जु मन तशा वातु जिल्लु मन तशा। अल्लाह जिसे चाहता है इज्जत अता करता है और जिसे चाहता है अल्लाह जलील ख्वार कर देता है। ਇਹਦਾ मतलब है अल्लाह एक बंदे ਨੂੰ इज्जत देना चाहता है ਪਿਆ, ਤੁਸੀਂ ਕਹਿੰਦੇ ਨਹੀਂ ਮੈਂ ਜ਼ਲੀਲ ਕਰਨਾ ਹੈ। ਇੰਜ ਹੋ ਸਕਦਾ ਵਾਲਾ ਤੁਸੀਂ ਅੱਲਾਹ ਦੀ ਟੱਕਰ ਚ ਆ ਰਹੇ ਹੋ। ਓਏ ਇੱਜ਼ਤਾਂ ਜ਼ਿਲਤਾਂ ਅੱਲਾ ਦਾ ਕੰਮ ਹੈ, ਤੁਹਾਡਾ ਕੰਮ ਨਹੀਂ ਮੇਰਾ ਪੁੱਤਰ। ਇੰਜ ਨਹੀਂ ਕਰੀਦਾ ਹੁੰਦਾ, ਇੰਜ ਨਹੀਂ ਕਰੀਦਾ। ਜੋ ਤੁਸੀਂ ਕਰ ਰਹੇ ਹੋ ਗਲਤ ਕਰ ਰਹੇ ਹੋ। ਬਸ ਮੇਰਾ ਤੇ ਇਹ ਹੀ ਇੱਕ ਛੋਟਾ ਜਿਹਾ ਪੈਗਾਮ ਹੈ। ਗੱਲਾਂ ਤੇ ਫਿਰ ਬੜੀਆਂ ਨੇ, ਕੁਰਾਨ ਦੀ ਵੀ ਬੜਾ ਵੇ, ਬੜਾ ਲੰਬਾ ਚੌੜੇ ਦਰਸ ਨੇ। ਉਹ ਤੇ ਅਸੀਂ ਪਹਿਲੇ ਵੀ ਤੁਹਾਨੂੰ ਕੋਈ ਘੰਟੇ 2-2 4-4 ਘੰਟੇ ਦੀਆਂ ਬਰਾਡਾਂ ਕਰਕੇ ਤੁਹਾਨੂੰ ਸਮਝਾਇਆ, ਤੁਹਾਨੂੰ ਸਮਝ ਹੀ ਨਹੀਂ ਆਇਆ। ਤੇ ਹੁਣ ਕੀ ਸਮਝ ਆਣੀ ਹੈ ਤੁਹਾਨੂੰ? ਹੋਰ ਦੀਗਰ ਲੋਕਾਂ ਨੇ ਸਮਝਾਇਆ ਤੁਹਾਨੂੰ। ਅਗਰ ਮੁਫਤੀ ਮੁਬਸ਼ਰ ਦੀ ਨਹੀਂ ਸਮਝ ਆਉਂਦੀ, ਠੀਕ ਹੈ, ਕੋਈ ਗੱਲ ਨਹੀਂ। ਮੁਫਤੀ ਮੁਬਸ਼ਰ ਆਪਣੀ ਤਰਫੋਂ ਤੇ ਨਹੀਂ ਕੋਈ ਗੱਲ ਕਰ ਰਿਹਾ, ਕੁਰਾਨ ਦੀ ਸੀ ਸੁਣਾ ਰਿਹਾ ਨਾ ਤੁਹਾਨੂੰ। ਉਹ ਗੱਲ ਤੇ ਕੁਰਾਨ ਦੀ ਸੀ। ਜੇ ਤੁਸੀਂ ਮੁਬਸ਼ਰ ਸ਼ਾਹ ਨੂੰ ਨਾ ਵੇਖੋ, ਨਹੀਂ ਮੰਨਣੀ ਨਾ ਮੰਨੋ, ਅੱਲਾ ਰਸੂਲ ਦੀ ਤੇ ਮੰਨ ਲਓ। ਤੇ ਬਹਰਹਾਲ ਇੰਝ ਹੀ ਫਿਰ ਦੂਸਰੀ ਤਰਫ ਕੁਝ ਸਾਡੇ ਆਪਣੇ ਭਰਾ ਨੇ, ਉਹ ਫਿਰ ਇਸ ਸਾਜ਼ਿਸ਼ ਦਾ ਸ਼ਿਕਾਰ ਹੋ ਜਾਂਦੇ ਨੇ। ਤੇ ਉਹ ਬਸ ਫਿਰ ਨਾ ਅੱਗ ਲੱਗ ਜਾਂਦੀ ਏ। ਤੇ ਉਹ ਫਿਰ ਇਹ ਬਰਾਡਾਂ ਇਹਦੇ ਤੇ ਹੀ ਹੋ ਰਹੀਆਂ ਨੇ। ਯਕੀਨ ਜਾਨੋ ਅਸੀਂ ਤੇ ਚੱਲ ਫੇਰ ਵੀ ਯਾਰ ਕਦੀ ਹੈ ਵੇ ਤੁਹਾਡੇ ਮੌਜੂ ਤੇ ਗੱਲ ਕਰੀਏ। ਤੇ ਤੁਸੀਂ ਵੀ ਤੇ ਵੇਖੋ ਨਾ, ਮੈਂ ਜਿੱਦੋਂ ਦਾ ਟਿਕਟਾਕ ਤੇ ਆਇਆ ਵਾਂ ਮੈਂ ਉਦੋਂ ਨਹੀਂ ਵੇਖ ਰਿਹਾ ਤੁਸੀਂ ਹੋਰ ਕੋਈ ਕੰਮ ਕਰਦਾ ਹੀ ਨਹੀਂ। ਤੁਹਾਡੀਆਂ ਪੂਰੀਆਂ ਬਰਾਡਾਂ ਲੋਕਾਂ ਦੀ ਜ਼ਾਤੀਆਤ ਦੇ ਉੱਤੇ ਹੁੰਦੀਆਂ।
ਮੈਂ ਤੇ ਆਜਜ਼ ਨੇ ਇਹ ਮੌਜੂ ਦੇ ਉੱਤੇ ਸਮਝ ਲਓ ਕਿ ਮੈਨੂੰ ਅਗਰ ਮੈਂ ਝੂਠ ਨਾ ਬੋਲਾਂ ਤੇ ਸ਼ਾਇਦ ਕੋਈ 3-4 ਮਹੀਨੇ ਬਾਅਦ ਹੀ ਮੈਂ ਇਸ ਮੌਜੂ ਤੇ ਗੱਲ ਕਰ ਰਿਹਾ ਹਾਂ। ਤੇ ਤੁਹਾਡੀ ਤੇ ਪੂਰੀ ਬਰਾਡਾ ਇਸ ਮੌਜੂ ਤੇ ਹੁੰਦੀਆਂ ਨੇ 24 ਘੰਟੇ ਤੁਸੀਂ ਐਸੇ ਹੀ ਕੰਮ ਤੇ ਜ਼ਾਤੀਆਤ ਤੇ ਲੱਗੇ ਰਹੋ। ਕੋਈ ਕੰਮ ਕਰੋ ਯਾਰ ਦੀ ਅੱਲਾ ਰਸੂਲ ਦਾ। ਤੁਹਾਨੂੰ ਪਹਿਲੇ ਵੀ ਮਸ਼ਵਰਾ ਦਿੱਤਾ ਸੀ, ਚਲੋ ਇੰਜ ਕਰ ਲਓ, ਡਿਵਾਈਡ ਕਰ ਲਓ। 30 ਦਿਨਾਂ ਦੇ ਵਿੱਚੋਂ ਤੁਸੀਂ ਕਮ ਅਜ਼ ਕਮ 29 ਦਿਨ ਜਿਹੜੇ ਨੇ ਨਾ ਉਹ ਤੁਸੀਂ ਦੀਨ ਦਾ ਕੰਮ ਕਰਿਆ ਕਰੋ, ਤੇ ਇੱਕ ਦਿਨ ਜਿਹੜਾ ਵੇ ਨਾ ਉਹ ਸਾਨੂੰ ਗਾਲਾਂ ਗੂਲਾਂ ਕੱਢਣ ਵਾਸਤੇ ਰੱਖ ਲਓ। ਇੰਜ ਕਰ ਲਵੋ, ਤੁਸੀਂ ਉਹ ਵੀ ਨਹੀਂ ਕਰਦੇ ਪਏ। ਤੁਸੀਂ ਤੇ 30 ਦਿਨ ਗਾਲਾਂ ਦੇ ਉੱਤੇ ਰੱਖੇ ਨੇ। ਮੈਂ ਸੁਣੇ ਹੁਣੇ ਹੀ ਲਾਈਵ ਆਨ ਕੀਤੇ ਜੇ, ਮੈਨੂੰ ਵੱਲਾਹੀ ਕਿਸੇ ਚੀਜ਼ ਦਾ ਨਹੀਂ ਪਤਾ। ਨਹੀਂ ਕੋਈ ਨਹੀਂ ਸ਼ਾਇਦ ਭਾਈ, ਕੋਈ ਨਹੀਂ ਤੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਾਨੂੰ ਵੀ ਕੋਈ ਨਹੀਂ ਪਤਾ। ਉਹ ਬਸ ਮੈਨੂੰ ਮੈਸੇਜ ਕੋਈ WhatsApp ਤੇ ਆਏ ਸਨ ਤੇ ਉਹ ਕੁਝ ਤਾਸੁਰ ਮੈਨੂੰ ਇਹ ਦਿੱਤਾ ਜਾ ਰਿਹਾ ਸੀ ਕਿ ਭਾਈ ਹੁਣ ਸਾਨੂੰ ਆਪਸ 'ਚ ਨਾ ਲੜਾਉਣ ਦੀ ਕੋਈ ਥੋੜੀ ਬਹੁਤ ਕੋਸ਼ਿਸ਼ ਜਾਂ ਸਮਝ ਲਓ, ਸਮਝ ਰਹੇ ਹੋ ਨਾ ਕਿ ਨਹੀਂ? ਉਹ ਤੇ ਮੁਫਤੀ ਸਾਹਿਬ ਕਾਫੀ ਦਿਨ ਤੋਂ ਹੋ ਰਹੀ ਹੈ, ਲੇਕਿਨ ਮੈਨੂੰ ਪਤਾ ਵੇ ਕਿ ਜੇ ਮੈਂ ਕੁਝ ਕਰਾਂਗਾ ਨਾ ਤੇ ਇਹ ਫਾਇਦਾ ਪਹੁੰਚੇਗਾ ਮਰਦਾ ਹੀ ਨਹੀਂ ਯਾਰ। ਸ਼ਾਇਦ ਭਾਈ ਸਾਡੀ ਹੈ ਹੀ ਨਹੀਂ, ਮਿਸ਼ਨ ਹੀ ਨਹੀਂ ਸਾਡਾ। ਵੇਖੋ ਤੁਹਾਨੂੰ ਵੀ ਅਸੀਂ ਸਮਝਾ ਹੀ ਸਕਨੇ, ਜਿਵੇਂ ਇਹਨਾਂ ਨੂੰ ਸਮਝਾ ਰਹੇ ਹਾਂ ਤੁਹਾਨੂੰ ਵੀ ਸਮਝਾ ਹੀ ਸਕਨੇ। ਅਸੀਂ ਕੋਈ ਡਾਂਗ ਤੇ ਨਹੀਂ ਤੁਹਾਡੇ ਸਿਰ 'ਚ ਮਾਰ ਰਹੇ ਨਾ, ਸਮਝਾ ਹੀ ਸਕਨੇ ਆ ਕਿ ਭਾਈ ਸਾਡੇ ਮਿਸ਼ਨ ਨਹੀਂ। ਸਾਡਾ ਮਿਸ਼ਨ ਹੈ ਇਹ ਜਿਹੜਾ ਤੁਸੀਂ ਲੱਗੇ ਹੋ ਨਾ, ਜਿਹੜਾ ਰੱਦੇ ਕਾਦੀਆਨੀਅਤ ਤੇ ਰੱਦੇ ਮਰਜ਼ਈਅਤ, ਮਿਰਜ਼ਾ ਸੀਨੀਅਰ ਤੇ ਮਿਰਜ਼ਾ ਜੂਨੀਅਰ ਜੇਲਮੀ ਦਾ ਰੱਦ, ਜਿਹੜਾ ਬਸ ਇਹੋ ਹੀ ਕੰਮ ਹੈ, ਹੋਰ ਕੋਈ ਕੰਮ ਨਹੀਂ। ਇਹ ਸਮਝਦੇ ਨੇ ਕਿ ਦੇਖੋ ਗਾਲਾਂ ਗੂਲਾਂ ਕੱਢਣੀਆਂ, ਕਿਸੇ ਦੀ ਮਾਂ ਭੈਣ ਦੀਆਂ ਤਸਵੀਰਾਂ, ਅੱਲਾ ਮਾਫ ਕਰੇ ਤੁਸੀਂ ਕੀ ਕਰਦੇ ਹੋ ਯਾਰ। ਤੁਹਾਨੂੰ ਰੱਤੀ ਬਰਾਬਰ ਸ਼ਰਮ ਨਹੀਂ ਹੈ, ਕੋਈ ਗੈਰਤ ਨਹੀਂ ਹੈ, ਰੱਤੀ ਬਰਾਬਰ ਨਹੀਂ ਜੇ ਹੈ ਕੋਈ ਨਹੀਂ। ਤੁਹਾਨੂੰ ਕੋਈ ਨਹੀਂ ਹੈ, ਕਿਸੇ ਦੀ ਲੱਥੀ ਚੜੀ ਕੋਈ ਨਹੀਂ ਹੈ। ਤੇ ਬਹਰਹਾਲ ਉਹਨਾਂ ਦਾ ਫਿਰ ਜਿਹਨੂੰ ਫਿਰ ਜੋ ਨਸੀਬਾਂ ਦੇ ਵਿੱਚ ਉਹਨੇ ਉਹੀ ਕਰਨਾ ਨਾ, ਉਹਨੇ ਹੋਰ ਕੀ ਕਰਨਾ ਹੈ। ਹਾਂਜੀ, ਉਹਨਾਂ ਨੂੰ ਕਰਨ ਦਿਓ, ਉਹਨਾਂ ਨੂੰ ਆਪਣਾ ਕੰਮ ਕਰਨ ਦਿਓ, ਅਸੀਂ ਆਪਣਾ ਕੰਮ ਕਰਨਾ ਹੈ ਤੇ ਸਾਨੂੰ ਕਿਸੇ ਨਾਲ ਨਹੀਂ ਕੋਈ ਲੈਣਾ ਦੇਣਾ। ਤੇ ਰਹੀ ਗੱਲ ਬਾਜੀ ਚੰਦਾ ਉਮੈਰ ਸ਼ਾਹ ਸਾਹਿਬ, ਅੱਲਾ ਇਹ ਜੋੜੀ ਸਲਾਮਤ ਰੱਖੇ, ਅੱਲਾ ਇਹਨਾਂ ਨੂੰ ਸ਼ਰੀਰਾਂ ਦੇ ਸ਼ਰ ਹਾਸਨਾ ਦੇ ਹਸਦ ਤੋਂ ਬਚਾਏ। ਉਹ ਵਿਚਾਰੇ ਵੇਖੋ ਨੌ ਮੁਸਲਿਮ ਬਾਜੀ ਹੈ ਸਾਡੀ, ਤੇ ਵੇਖੋ ਉਹਦੇ ਪਿੱਛੇ ਪੈ ਗਏ ਨੇ। ਵੇਖੋ ਨਾ ਯਾਰ ਕੀ ਕੀਤਾ ਜਾਏ ਯਾਰ, ਕੋਈ ਹੱਲ ਹੈ ਵੇ? ਬਸ ਹੈ ਇਹ ਸ਼ੈਤਾਨ ਹੀ ਹੈ ਵੇ, ਉਹ ਉਂਗਲ ਕਰਦਾ ਹੈ ਤੇ ਉਹ ਵੀ ਆਪਣੇ ਭਰਾ ਹੀ ਨੇ, ਸਾਡੇ ਹੀ ਭਰਾ ਨੇ, ਹੈ ਭਰਾ ਹੀ ਨੇ। ਔਰ ਸਾਨੂੰ ਵੀ ਉਹਨਾਂ ਦੇ ਉੱਤੇ ਕੋਈ ਸ਼ੱਕ ਸ਼ੁਬਾ ਨਹੀਂ, ਰੱਤੀ ਬਰਾਬਰ। ਸਿਰਫ ਇਹ ਇੱਕ ਸਮਝਾਉਣ ਦੇ ਇਰਾਦੇ ਨਾਲ ਹੀ ਅਸੀਂ ਸਮਝਾ ਰਹੇ ਹਾਂ ਕਿ ਨਹੀਂ ਕਰੀਦਾ ਹੁੰਦਾ ਭਾਈ, ਨਹੀਂ ਕਰੀਦਾ, ਇੰਜ ਨਹੀਂ ਕਰੀਦਾ। ਚਲੋ ਜੀ ਠੀਕ ਹੋ ਗਈ। ਪਰ ਸਹੀ ਗੱਲ ਹੈ ਕਿ ਜਿਹਨੂੰ ਰੱਬ ਤਾਲਾ ਦੀ ਜ਼ਾਤ ਨੇ ਇੱਜ਼ਤ ਦੇਣੀ ਹੈ, ਬੰਦਾ ਕੁੱਤਾ ਕਮੀਨਾ ਨਹੀਂ ਹੋ ਸਕਦਾ। ਠੀਕ ਹੈ, ਤੇ ਨੀਤੋਂ ਪਰ ਮੁਰਾਦ ਹੈ ਹਰ ਚੀਜ਼ ਦੀ, ਨੀਤੋਂ ਪਰ ਮੁਰਾਦ। ਜਿਸ ਇਨਸਾਨ ਦੀ ਜਿਹੜੀ ਨੀਅਤ ਹੋਏਗੀ ਰੱਬ ਤਾਲਾ ਨੇ ਓਨਾ ਹੀ ਉਹਨੂੰ ਦੇਣਾ ਵੇ, ਤੇ ਜਿਸ ਨੀਅਤ ਨਾਲ ਮੰਗੇਗਾ ਉਸ ਨੀਅਤ ਦੇ ਰੱਬ ਮੱਦੇ ਨਜ਼ਰ ਰੱਖ ਕੇ ਉਹਨੂੰ ਉਸ ਚੀਜ਼ ਦੇਗਾ। ਤੇ ਦੂਸਰੀ ਗੱਲ ਹੈ ਕਿ ਲਾਈਵ ਚਲਾਣਾ, ਬੰਦੇ ਇਕੱਠੇ ਕਰਨਾ, ਝੂਠ ਸੱਚ ਬੋਲ ਕੇ ਤੇ ਜਨਾਬ ਲੋਕਾਂ ਨੂੰ ਜੋ ਵੀ ਤੁਸੀਂ ਮੈਸੇਜ ਦੇ ਰਹੇ ਹੋ, ਠੀਕ ਹੈ। ਇਹ ਪਿਛਲੇ ਤਕਰੀਬਨ 3-4 ਹਫ਼ਤੇ ਤੋਂ ਪੂਰਾ ਮਹੀਨਾ ਹੋ ਗਿਆ ਮੈਂ ਦੇਖਣਾ ਪਿਆ ਵਾਂ, ਲੇਕਿਨ ਜੇ ਮੈਂ ਕਦੀ ਵੀ ਗੱਲ ਚੁੱਕੀ ਹੈ ਨਾ ਤਾਂ ਮੈਨੂੰ ਸਿਰਫ ਤੇ ਸਿਰਫ ਫਿਕਰ ਸੀ ਚੰਦਾ ਸਿਸਟਰ ਦਾ। ਚੰਦਾ ਸਿਸਟਰ ਦੇਖੋ ਮੁਫਤੀ ਸਾਹਿਬ ਗੱਲ ਇਹ ਵੇ ਕਿ ਚੰਦਾ ਸਿਸਟਰ ਇਸਲਾਮ ਕਬੂਲ ਕੀਤਾ। ਉਹਨਾਂ ਨੇ ਮੇਰੀ ਬਰਾੜ ਦੇ ਉੱਤੇ, ਜਦੋਂ ਮੈਂ ਪਹਿਲਾ ਇੰਟਰਵਿਊ ਸੀ ਨਾ, ਅੱਲਾ ਜਾਣਦਾ ਹੈ ਕਿ ਮੇਰੇ ਲੂੰ ਕਟੇ ਕੜੇ ਹੋ ਗਏ ਸਨ ਤੇ ਮੇਰੀਆਂ ਅੱਖਾਂ 'ਚੋਂ ਅਥਰੂ ਨਿਕਲ ਗਏ ਕਿ ਇੰਨਾ ਕੁ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਗਿਆ, ਉਹਨਾਂ ਦੀ ਫੈਮਿਲੀ ਨੇ ਤੇ ਮਰਜ਼ਈਆਂ ਨੇ। ਠੀਕ ਹੈ, ਇੱਕ ਹਿਸਾਬ ਦਾ ਉਹਨਾਂ ਦਾ ਹੁੱਕਾ ਪਾਣੀ ਬੰਦ ਕਰ ਛੜਿਆ। ਤੇ ਐਡੇ ਸਟਰੋਂਗ, ਮੈਂ ਕਹਿੰਦਾ ਮੇਰੀ ਬਰਾੜ ਦੇ ਉੱਤੇ ਇੱਕ ਮਰਜ਼ਈ ਆਇਆ, ਉਹਨੇ ਆ ਕੇ ਇਸਲਾਮ ਕਬੂਲ ਕੀਤਾ, ਤੇ ਮੈਨੂੰ ਜਸਟੀਫਿਕੇਸ਼ਨ ਮੇਰੇ ਕੋਲੋਂ ਮੰਗੀਆਂ ਜਾ ਰਹੀਆਂ ਕਿ ਜਿਹੜੇ ਮਰਜ਼ਈ ਇੱਥੇ ਇਸਲਾਮ ਕਬੂਲ ਕੀਤੇ ਨੇ ਨਾ, ਉਹ ਬੰਦੇ ਸਾਨੂੰ ਦਿਓ ਜੀ, ਉਹ ਆ ਕੇ ਦੱਸਣ ਕਿ ਹਾਂਜੀ ਅਸੀਂ ਇਹ ਸ਼ਾਇਦ ਕੋਲੋਂ ਮੁਸਲਮਾਨ ਹੋਏ ਹਾਂ। ਲੱਖ ਦੀ ਲਾਨਤ ਯਾਰ ਇਹੋ ਜਿਹੀ ਸੋਚ ਤੇ ਵੱਲਾ ਇਹ ਮੁਫਤੀ ਸਾਹਿਬ ਮੈਨੂੰ ਨਹੀਂ ਪਤਾ ਬੰਦੇ ਕੌਣ ਨੇ। ਇੱਥੇ ਇੰਜੀ ਗੁਫ਼ਤਗੂ ਹੋ ਰਹੀ ਹੈ, ਇੱਕ ਬੰਦਾ ਆਇਆ ਤੇ ਉਹਨੇ ਆ ਕੇ ਦੱਸਿਆ ਕਿ ਮੈਂ ਮਰਜ਼ਈ ਛੜੀਏ। ਮੈਂ ਕਿਹਾ ਠੀਕ ਹੋ ਗਿਆ। ਮੈਂ ਕਿਹਾ ਤੁਸੀਂ ਅਫੀਸ਼ੀਅਲ ਜਾ ਕੇ ਕੋਈ ਮਸਜਿਦ ਦੇ ਵਿੱਚ ਕਲਮਾ ਸ਼ਲਮਾ ਪੜ੍ਹਿਆ? ਕਹਿੰਦੇ ਨਹੀਂ ਜੀ ਮੈਂ 3 ਸਾਲ ਤੋਂ ਇਹਨਾਂ ਤੋਂ ਲਾਭ
ਮਤਲਬ ਕਿ ਲਾ ਤਲਕੀ ਦਾ ਇਜ਼ਹਾਰ ਹੈ, ਨਾ ਮੈਂ ਚੰਦਾ ਦੇਣਾ ਤੇ ਨਾ ਹੀ ਇਹਨਾਂ ਨਾਲ ਮੈਂ ਕੋਈ ਕੰਟੈਕਟ ਕਰਨਾ। ਮੈਂ ਕਿਹਾ ਫਿਰ ਮੁਫਤੀ ਜ਼ਾਹਿਦ ਸਾਹਿਬ ਨੂੰ ਮੈਂ ਬੁਲਾ ਲਿਆ, ਉਹਨਾਂ ਆ ਕੇ ਤੇ ਕਲਮਾ ਪੜਵਾਇਆ। ਉਹ ਬਾਅਦ ਚ ਪਤਾ ਚੱਲਿਆ ਕਿ ਉਹਦੀ ਵਾਈਫ ਨੇ ਵੀ ਜੋ ਜਿੰਜ ਮੁਫਤੀ ਸਾਹਿਬ ਨੇ ਕਲਮਾ ਪੜਾਇਆ। ਮੈਂ ਬਾਅਦ ਚ ਪੁੱਛਿਆ, ਮੈਂ ਤੁਸੀਂ ਸ਼ਾਦੀशुदा ਹੋ, ਤੁਹਾਡੀ ਵਾਈਫ ਨੇ ਕਲਮਾ ਪੜਿਆ? ਉਹ ਬੰਦਾ ਬਜ਼ਾਤੇ ਖੁਦ ਕਹਿੰਦਾ ਪਿਆ, ਮੇਰੀ ਪ੍ਰੋਫਾਈਲ ਦੇ ਉੱਤੇ ਪ੍ਰੂਫ ਮੌਜੂਦ ਹੈ ਕਿ ਉਹ ਵਾਹਿਦ ਬੰਦਾ ਜੇ ਕਿ ਉਹਦੇ ਮੂੰਹ ਚੋਂ ਅਲਫਾਜ਼ ਨਹੀਂ ਸਨ ਨਿਕਲਦੇ ਪਏ ਉਸ ਟਾਈਮ ਤੇ ਜਦੋਂ ਉਹਨੇ ਕਲਮਾ ਪੜਿਆ ਨਾ। ਤੇ ਮੈਂ ਕਿਹਾ ਹੋਰ ਕੋਈ ਗੱਲ ਕਰਨੀ ਹੈ, ਤੇ ਉਹ ਬੰਦਾ ਜ਼ਰੋ ਕਤਾਰ ਰੋ ਰਿਹਾ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਇੰਜ ਕਰ, ਤੂੰ ਆਰਾਮ ਕਰ ਜਾ ਕੇ, ਤੇ ਅਜੇ ਤੂੰ ਇਸ ਪੋਜੀਸ਼ਨ 'ਚ ਨਹੀਂ ਹੈ ਕਿ ਤੂੰ ਗੱਲ ਕਰ ਸਕੇ। ਤੇ ਉਹਨਾਂ ਬੰਦਿਆਂ ਦੀ ਜਸਟੀਫਿਕੇਸ਼ਨ ਮੈਂ ਦਿਆਂ ਜਾਈ, ਉਹ ਵਾਕਿਆ ਹੀ ਕਾਦਿਆ ਨਹੀਂ ਸਨ। ਤੇ ਉਤੋਂ ਮੇਰੇ ਤੇ ਇਲਜ਼ਾਮ ਕੀ ਲਾਇਆ ਜਾ ਰਿਹਾ ਕਿ ਜਨਾਬ ਉਹ ਸ਼ਾਇਦ ਦੇ ਆਪਣੇ ਬੰਦੇ ਸਨ ਜਿਨ੍ਹਾਂ ਨੇ ਸਿਰਫ ਫੇਮ ਲੈਣ ਵਾਸਤੇ ਤੇ ਮੁਸਲਮਾਨ ਭਰਾਇਆ। ਲੱਖ ਲਾਨਤ ਇਹੋ ਜਿਹੀ ਸੋਚ ਤੇ ਮੈਂ ਲਾਨਤ ਭੇਜਣਾ ਇਹੋ ਜਿਹੇ ਕੰਮ ਕਰਨ ਵਾਲਿਆਂ ਤੇ। ਤੁਹਾਡੀਆਂ ਬਰਾਡਾਂ ਨਹੀਂ ਚੱਲਦੀਆਂ ਤੇ ਇਹਦੇ 'ਚ ਮੇਰਾ ਕੀ ਕਸੂਰ ਹੈ? ਸ਼ਾਇਦ ਭਾਈ ਦੇਖੋ ਪਤਾ ਕੀ ਹੈ, ਇਹਨਾਂ ਮਾਮਲਾਤ ਨੂੰ ਭੁਗਤਦਿਆਂ ਬੜਾ ਅਰਸਾ ਹੀ ਹੋ ਗਿਆ ਤੇ ਬੜੇ ਵੇਖੇ ਨੇ। ਤੇ ਇਹ ਉਹੀ ਗੱਲ ਆ ਗਈ ਨਾ, ਵਾਤੂ ਇਜ਼ੂ ਮੰਤਸ਼ਾ ਵਾਤੂ ਦਿਲੂ ਮੰਤਸ਼ਾ। ਇੱਕ ਇੱਜ਼ਤ ਅੱਲਾ ਤੁਹਾਨੂੰ ਦੇ ਰਿਹਾ ਹੈ। ਹੁਣ ਵੇਖੋ ਮਤਲਬ ਇਹ ਸਾਡੇ ਚੋਂ ਕਈ ਹੋਣਗੇ ਐਸੇ ਕਿ ਜਿਨ੍ਹਾਂ ਦੇ ਹੱਥਾਂ ਦੇ ਉੱਤੇ ਕਈ ਕਾਫਰਾਂ ਨੇ ਕਲਮੇ ਪੜ੍ਹੇ ਹੋਣਗੇ ਮਤਲਬ, ਤੇ ਲੇਕਿਨ ਇਹ ਅੱਲਾ ਦੀ ਨਿਅਮਤ ਹੈ ਨਾ, ਇੱਕ ਨਿਅਮਤ ਹੈ। ਅੱਲਾ ਜਿਹਨੂੰ ਮਰਜ਼ੀ ਇੱਜ਼ਤ ਅਤਾ ਫਰਮਾਏ। ਕਈ ਤੇ ਆਨਲਾਈਨ ਦੱਸ ਦਿੰਦੇ ਨੇ, ਕਈ ਦੱਸਦੇ ਹੀ ਨਹੀਂ ਹੈ ਕਿ ਭਾਈ ਨਹੀਂ ਭਾਈ ਇਹ ਰਾਜ਼ ਹੈ ਅੱਲਾ ਦਾ ਤੇ ਬਸ ਮੈਂ ਇਹਨੂੰ ਛੁਪਾ ਕੇ ਰੱਖਣਾ। ਤੇ ਇੰਜ ਵੀ ਹੈ ਵੇ। ਤੇ ਇਹ ਨਿਯਮਤਾਂ ਲਈ ਕੋਈ ਐਸੀ ਕੋਈ ਗੱਲ ਤੇ ਨਹੀਂ ਕਿ ਇਹਦੇ ਉੱਤੇ ਲੈ ਕੇ ਇਹਨੂੰ ਮਤਲਬ ਕਿਸੇ ਨੂੰ ਜ਼ਲੀਲ ਕੀਤਾ ਜਾਏ। ਯਾਰ ਕੋਈ ਖੁਦਾ ਖੋਫੀ ਜਦੋਂ ਖਤਮ ਹੋ ਜਾਏ ਨਾ ਫਿਰ ਇੰਜ ਹੀ ਹੁੰਦਾ ਹੈ। ਖੁਦਾ ਖੋਫੀ ਨਹੀਂ ਫਿਰ ਇੰਜ ਹੀ ਹੁੰਦਾ ਹੈ ਨਾ ਜੀ। ਮੁਫਤੀ ਸਾਹਿਬ ਖੁਦਾ ਦੀ ਕਸਮ ਚੁੱਕ ਕੇ ਕਹਿਣਾ ਕਿ ਕੱਲ ਪਰਸੋਂ ਦੀ ਨਹੀਂ, ਕੁਝ 4 ਦਿਨ ਪਹਿਲੇ ਦੀ ਲਾਈਵ ਹੈ। ਚੰਦਾ ਸਿਸਟਰ ਦੀ ਵਾਲਦਾ ਨੇ ਇੱਕ ਖਤ ਲਿਖਿਆ ਚੰਦਾ ਨੂੰ, ਜਾਂ ਫਿਰ ਚੰਦਾ ਸਿਸਟਰ ਨੇ ਉਹਨਾਂ ਨੂੰ ਲਿਖਿਆ। ਉਸ ਖਤ ਨੂੰ ਲੈ ਕੇ ਤੇ ਜਨਾਬ ਉਹਦੇ ਤੇ ਮੈਨੂੰ ਇੱਕ ਗੱਲ ਯਾਦ ਆਈ, ਫਿਰ ਮਾਦਰਤ ਫਿਰ ਤੁਸੀਂ ਕਰ ਲਿਆ ਜੇ। ਅੱਛਾ ਉਹ ਭੁੱਲ ਜਾਂਦੀ ਹੈ ਯਾਰ, ਸ਼ਾਇਦ ਮੈਨੂੰ ਨਾ ਗੱਲ ਭੁੱਲ ਜਾਂਦੀ ਹੈ। ਅੱਛਾ ਗੱਲ ਹੈ ਵੇ ਕਿ ਇੱਧਰ ਵੇਖੋ ਕਈ ਐਸੇ ਨੇ, ਮੈਂ ਨਾਮ ਨਹੀਂ ਲੈਂਦਾ, ਮੇਰੀ ਆਦਤ ਨਹੀਂ ਕਿਸੇ ਨੂੰ ਇੱਕ ਨਾਮ ਲੈ ਕੇ। ਅਗਰਚੇ ਮੈਂ ਉਹਨਾਂ ਬੰਦਿਆਂ ਨੂੰ ਇਸ ਟਾਈਮ ਬਲਾਕ ਕਰ ਚੁੱਕਿਆ ਵਾਂ, ਔਰ ਉਹ ਵੀ ਕੁਝ ਵਜੂਹਾਤ ਸਨ ਕਿ ਜਿਨ੍ਹਾਂ ਦੀ ਵਜ੍ਹਾ ਤੋਂ ਮੈਂ ਬਲਾਕ। ਮੈਂ ਕਿਹਾ ਯਾਰ ਨਾ ਹੀ ਇਹਨਾਂ ਦੀਆਂ ਬਰਾਡਾਂ ਮੇਰੇ ਸਾਹਮਣੇ ਆਉਣ ਤੇ ਨਾ ਹੀ ਮਤਲਬ ਮੈਂ ਸੁਣਾ ਤੇ ਨਾ ਹੀ ਸ਼ਿਰਕਤ ਕਰਾਂ, ਕਿਉਂਕਿ ਹੁੰਦਾ ਹੈ ਵੇ ਕਿ ਜਦੋਂ ਕੋਈ ਬਰਾੜ ਲੱਗੀ ਹੁੰਦੀ ਹੈ ਤੇ ਫਿਰ ਕੋਈ ਬੰਦਾ ਉੱਥੇ ਕੋਈ ਗੱਲ ਸੁਣ ਲੇ ਤੇ ਉੱਥੇ ਫਿਰ ਸ਼ਿਰਕਤ ਕਰਨੀ ਬਣਦੀ ਹੈ। ਨਾ ਸ਼ਿਰਕਤ ਕਰੀਏ ਤੇ ਫਿਰ ਵੀ ਜਿਹੜਾ ਵੇ ਦਿਲ ਅੰਦਰੋਂ ਜਿਹੜਾ ਹੈ ਨਾ ਬੜੀ ਇੱਕ ਅਜੀਬ ਜਿਹੀ ਸੂਰਤ ਹਾਲ ਹੁੰਦੀ ਕਿ ਭਾਈ ਤੂੰ ਕਿਉਂ ਨਹੀਂ ਇਹ ਮਸਲੇ ਦਾ ਹੱਲ ਦੱਸਦਾ ਪਿਆ। ਤੇ ਉਹ ਫਿਰ ਮੈਂ ਨਾ ਫਿਰ ਬਲਾਕ ਹੀ ਕਰ ਦਿੱਤਾ। ਅੱਛਾ ਲੇਕਿਨ ਉਹ ਜਿੰਨਾ ਤੱਕ ਮੈਂ ਉਹਨਾਂ ਨੂੰ ਬਲਾਕ ਨਹੀਂ ਸੀ ਕੀਤਾ, ਉਦੋਂ ਦੀਆਂ ਮੈਂ ਗੱਲਾਂ ਦੱਸ ਰਿਹਾ ਵਾਂ ਕਿ ਬੜੇ ਇਤਰਾਜ਼ਾਤ ਹੋਏ, ਬੜੇ ਇਤਰਾਜ਼ਾਤ ਉਧਰੋਂ ਵੀ ਤੇ ਮੇਰੇ ਉੱਤੇ ਵੀ ਤੇ ਉਹਨਾਂ ਦੀ ਤਰਫੋਂ ਵੀ, ਤੇ ਇੰਜ ਕਰਕੇ ਬੜਾ ਕੁਝ। ਲੇਕਿਨ ਉਹਨਾਂ ਨਾਲ ਅਸੀਂ ਜੁੜੇ ਰਹੇ ਜਾਂ ਉਹਨਾਂ ਦੀਆਂ ਬਰਾਡਾਂ ਤੇ ਸਿਰਫ ਇਸ ਇੱਕ ਵਜ੍ਹਾ ਤੇ ਜਾਂਦੇ ਰਹੇ ਅਸੀਂ ਕਿ ਭਾਈ ਇਹ ਅੱਲਾ ਰਸੂਲ ਦੀ ਗੱਲ ਕਰਦੇ ਨੇ। ਭਾਈ ਅੱਲਾ ਰਸੂਲ ਦੀ ਗੱਲ ਜਿੰਨਾ ਤੁਸੀਂ ਕਰੋਗੇ ਠੀਕ, ਅਸੀਂ ਤੁਹਾਡੇ ਨਾਲ ਕੋਈ ਵੀ ਹੋਏ। ਹਾਲਾਂਕਿ ਉਹਨਾਂ ਨੇ ਸਾਡੇ ਨਾਲ ਬੜੇ ਇਖਤਲਾਫਾਤ ਵੀ ਕੀਤੇ, ਸਾਡੀ ਜ਼ਾਤ ਤੱਕ ਨੂੰ ਡੈਮੇਜ ਕੀਤਾ, ਲੇਕਿਨ ਅਸੀਂ ਹਰ ਚੀਜ਼ ਨੂੰ ਭੁੱਲ ਜਾਂਦੇ ਹੁੰਦੇ ਹਾਂ ਜਦੋਂ ਅੱਲਾ ਰਸੂਲ ਦੀ ਗੱਲ ਆਉਂਦੀ ਹੈ। ਜਦੋਂ ਖਤਮੇ ਨਬੂਵਤ ਤੇ ਕੀਤਾ ਖਤਮੇ ਨਬੂਵਤ ਦੀ ਗੱਲ ਹੈ ਤੇ ਕੋਈ ਵੀ ਹੈ, ਉਹ ਫਿਰ ਅਸੀਂ ਨਹੀਂ ਵੇਖਣਾ ਕਿ ਇਹਦਾ ਰੰਗ ਗੋਰਾ ਹੈ ਕਿ ਇਹਦਾ ਰੰਗ ਕਾਲਾ ਹੈ। ਇਹ ਕੌਣ ਹੈ ਸਾਨੂੰ ਨਹੀਂ ਪਤਾ। ਜਿੰਨਾ ਤੱਕ ਅੱਲਾ ਰਸੂਲ ਦੀ ਗੱਲ ਕਰੋਗੇ ਅਸੀਂ ਤੁਹਾਡੇ ਨਾਲ ਹਾਂ ਜੀ। ਜਦੋਂ ਤੁਸੀਂ ਉਹ ਗੱਲ ਕਰਨੀ ਛੱਡ ਦਿਓਗੇ ਤੇ ਫਿਰ ਅਸੀਂ ਤੁਹਾਡੇ ਨਾਲ ਕੋਈ ਨਹੀਂ ਹੈ। ਬਸ ਇੰਨਾ ਕੁ ਹੈ ਸਾਡੀ ਜ਼ਿੰਦਗੀ। ਤੇ ਫੇਮ ਫੋਮ ਉਹ ਪਾਗਲੋ, ਤੁਸੀਂ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦੇ ਹੋ। ਜਿਹੜਾ ਬੰਦਾ ਹੈ ਕਹਿੰਦਾ ਜੀ ਇਹ ਇੱਜ਼ਤ ਲੈਣ ਵਾਸਤੇ, ਫੇਮ ਲੈਣ ਵਾਸਤੇ, ਸ਼ੋਹਰਤ ਵਾਸਤੇ ਕਰ ਰਹੇ, ਪਾਗਲ ਹੋ ਗਏ ਹੋ ਤੁਸੀਂ ਯਾਰ। ਤੁਹਾਨੂੰ ਪਤਾ ਹੀ ਕੋਈ ਨਹੀਂ, ਤੁਸੀਂ ਤੇ ਮੁਸਲਮਾਨ ਹੀ ਕੋਈ ਨਹੀਂ ਹੈ, ਤੁਹਾਡਾ ਤੇ ਇਸ ਚੀਜ਼ ਦਾ ਅਕੀਦਾ ਹੀ ਕੋਈ ਨਹੀਂ। ਅੱਲਾ ਜਦੋਂ ਕਹਿੰਦਾ ਕਿ ਜਿਹਨੂੰ ਮੈਂ ਚਾਹਾਂ ਇੱਜ਼ਤ ਦਿਆਂ, ਜਿਹਨੂੰ ਮੈਂ ਚਾਹਾਂ ਜ਼ਲੀਲ ਕਰਾਂ, ਤੇ ਤੁਹਾਨੂੰ ਇਹਦਾ ਮਤਲਬ ਤੁਸੀਂ ਉਹ ਚੀਜ਼ਾਂ ਸਾਰੀਆਂ ਆਪਣੇ ਅਖਤਿਆਰ 'ਚ ਕਰ ਲਈਆਂ ਨੇ ਕਿ ਨਹੀਂ ਇੱਜ਼ਤ ਤੇ ਜ਼ਿਲਤ ਅਸੀਂ ਦੇਣੀ ਹੈ, ਜਾਂ ਆਵਾਮ ਨੇ ਦੇਣੀ ਹੈ, ਜਾਂ ਕੌਮ ਨੇ ਦੇਣੀ ਹੈ, ਜਾਂ ਇਸ ਬੰਦੇ ਨੇ ਖੁਦ ਲੈਣੀ ਹੈ। ਇੰਝ ਹੋ ਸਕਦਾ ਕੋਈ ਬੰਦਾ ਜਿਹੜਾ ਅੱਲਾ ਦਾ ਕੰਮ ਹੈ ਉਹ ਬੰਦਾ ਖੁਦ ਕਵੇ ਨਹੀਂ ਇਹ ਕੰਮ ਮੈਂ ਕਰਨਾ ਜੀ? ਕੋਈ ਉਹ ਮੁਸਲਮਾਨ ਹੁੰਦਾ ਹੈ?
ਬਈ ਮੈਂ ਆਪਣੀ ਗੱਲ ਕਰਨਾ, ਮੈਂ ਕਿਸੇ ਦੀ ਨਹੀਂ ਕਰਦਾ। ਮੈਨੂੰ ਇਹ ਪਤਾ ਵੇ ਕਿ ਅੱਲਾ ਨੇ ਕਿਹਾ ਕਿ ਮੁਬਸ਼ਰ ਸ਼ਾਹ ਤੈਨੂੰ ਮੈਂ ਜਦੋਂ ਚਾਹਾਂ ਇਹ ਇੱਜ਼ਤ ਦਿਆਂ ਤੇ ਜਦੋਂ ਚਾਹਾਂ ਜ਼ਲੀਲ ਕਰਾਂ। ਤੇ ਮੈਂ ਅਗਰ ਕੋਈ ਕੰਮ ਕਰਨਾ ਵਾ ਤੇ ਕਿਆ ਤੁਸੀਂ ਇਹ ਤੋਕੋ ਮੇਰੇ ਕੋਲ ਕਰ ਸਕਦੇ ਹੋ ਕਿ ਮੁਬਸ਼ਰ ਸ਼ਾਹ ਇੱਜ਼ਤ ਲੈਣ ਵਾਸਤੇ ਕੰਮ ਕਰ ਰਿਹਾ ਹੈ, ਜਾਂ ਮਤਲਬ ਇਹਨੇ ਇਹ ਫਲਾਂ ਪੁੱਠਾ ਕੰਮ ਕੀਤਾ ਵੇ ਤੇ ਇਹ ਖੁਦ ਜ਼ਲੀਲ ਹੋਇਆ ਹੈ? ਇੰਜ ਸੋਚ ਸਕਦੇ ਹੋ ਮੇਰੀ ਤਰਫੋਂ? मैं आलिम आदमी हाँ, मैनू पता वे कि इज्जत भी मिलनी है तो अल्लाह की तरफों, तो जे मुबशर शाह ने जलील भी होना है तो अल्लाह की कसम अल्लाह की तरफों ही होना है, किसी दा कम नहीं है। ते अल्लाह दे काम असी कोई खुदा नहीं भाई, असी जेड़े अल्लाह दे काम असी अपने कब्जा कुदरत च कर लईए। अल्लाह माफ करे, अल्लाह माफ करे। ते अल्लाह दे काम असी अल्लाह दे कोल ही रखे ने, वो अल्लाह दे ही ने जी। शायद गल करो भाई। मुफ्ती साहब देखो, अल्लाह की कसम चो के कहना ला इलाहा इल्लल्लाह मुहम्मद रसूलुल्लाह, ठीक है, कि जे इन्हां कंजरखानियां दे विच असां अपना टाइम बर्बाद करना है ना, तो फिर मैनू बराड़ चलाउण दा कोई शौक नहीं है। मैं किधर जाके तो दूसरी जॉब लभ लैना वा, ते जेड़े इत्थे मैं की कहंदे ने किसी दी चुगली कर ते इधरों सुण ते इधरों सुना ते गालां कड्ड, इहदे तो बेहतर है कि मैं बराड़ बंद कर देवां। ਤੇ ਜੇ ਅਸੀਂ ਆਪਣੇ ਦੇ ਵਿੱਚ ਲੜ ਮਰ ਜਾਣਾ ਵੇ ਤੇ ਫਿਰ ਇਹਦੇ ਤੋਂ ਬਿਹਤਰ ਹੈ ਤੇ ਮੈਂ ਮਕਸਦ ਹੀ ਕੋਈ ਨਹੀਂ ਬਰਾੜ ਚਲਾਉਣ ਦਾ। ਇਹ ਜੇ ਗੱਲ ਬਸ ਇਹ ਹੀ ਉਹ ਗੱਲਾਂ ਨੇ ਜਿਹੜੀਆਂ ਸਾਨੂੰ ਮਜਬੂਰ ਕਰਦੀਆਂ ਨੇ ਸ਼ਾਇਦ ਤੁਹਾਡੇ ਕੋਲ ਆਉਣ ਤੇ। ਇਹ ਜਿਹੀ ਉਹ ਗੱਲਾਂ ਕਿ ਬਈ ਬੰਦੇ ਦਾ ਮਕਸਦ ਵੇਖੋ, ਮਕਸਦ ਕੀ ਉਹਦਾ? ਮਕਸਦ ਹੀ ਹੈ ਵੇ ਕਿ ਮੈਂ ਅੱਲਾਹ ਰਸੂਲ ਦੀ ਗੱਲ ਕਰਨੀ ਹੈ, ਮੈਂ ਖਤਮੇ ਨਬੂਵਤ ਦੀ ਗੱਲ ਕਰਨੀ ਹੈ, ਹਜ਼ੂਰ ਦੀ ਇੱਜ਼ਤ ਦੀ ਗੱਲ ਕਰਨੀ। ਬਸ ਠੀਕ ਹੈ, ਬੜਾ ਅੱਛਾ ਮਕਸਦ ਹੈ, ਅਸੀਂ ਤੁਹਾਡੇ ਨਾਲ। ਜਦੋਂ ਤੁਸੀਂ ਵੀ ਇਹ ਤੁਹਾਡੀਆਂ ਕਈ ਬਰਾਡਾਂ ਸ਼ਾਇਦ ਮੈਂ ਵੀ ਵੇਖੀਆਂ ਨੇ ਤੇ ਮੈਂ ਕਦੀ ਸ਼ਿਰਕਤ ਕੀਤੀ ਹੋਈਆਂ ਨੇ ਪਿਛਲੇ ਦਿਨ। ਜਜ਼ਬਾਤ 'ਚ ਬੰਦਾ ਆ ਜਾਂਦਾ, ਗੁੱਸੇ 'ਚ ਆ ਜਾਂਦਾ ਹੈ ਤੇ ਉਹ ਫਿਰ ਬੰਦਾ ਕਰਦਾ ਹੈ, ਕੋਈ ਗੱਲ ਨਹੀਂ। ਹਰ ਬੰਦੇ ਦਾ ਆਪਣਾ ਇੱਕ ਮੂਡ ਹੁੰਦਾ ਹੈ, ਇੱਕ ਹਮਾ ਵਕਤ ਇੱਕ ਜੈਸਾ ਨਹੀਂ ਰਹਿੰਦਾ। ਲੇਕਿਨ ਨਹੀਂ ਸ਼ਿਰਕਤ ਕੀਤੀ ਬਈ ਉਸ ਕੰਮ 'ਚ ਅਸੀਂ ਤੁਹਾਡੇ ਨਾਲ ਨਹੀਂ। ਜਿੰਨਾ ਤੱਕ ਤੁਸੀਂ ਅੱਲਾਹ ਰਸੂਲ ਦੀ ਗੱਲ ਕਰੋ ਅਸੀਂ ਤੁਹਾਡੇ ਨਾਲ, ਬਸ ਅੱਲਾਹ ਦੇ ਖੈਰ ਚੱਲਦਾ। ਤੇ ਇਹੀ ਗੱਲ ਹੈ, ਬਸ ਆਪਣੇ ਮਕਸਦ ਇਹੋ ਹੀ ਨੇ। ਤੇ ਚਲੋ ਇਸ ਮੌਜੂ ਨੂੰ ਹੁਣ ਇੱਥੇ ਹੀ ਅਸੀਂ ਸਟਾਪ ਕਰਨੇ ਆ ਤੇ ਆਪਣੀ ਬਰਾੜ ਨੂੰ ਜਿਹੜਾ ਵੀ ਅੱਗੇ ਲੈ ਕੇ ਵਧੋ ਬਾਈ। ਕਿਸੇ ਨੂੰ ਕੋਈ ਇਤਰਾਜ਼ ਹੈ ਵੇ ਤੇ ਆਓ ਬਾਈ, ਸਾਹਮਣੇ ਆਓ। मुफ्ती साहब देखे, अल्लाह की कसम चुक के कहना कि अज तक बीन मुसलमान साडा ईमान है कि असी हक ते हाँ। ते मरज़इयां नूं जिन्ना टफ इस बराड़ दे उत्ते असां लोकां दिता वे, मैं कहना टिकटॉक की हिस्टरी दे उत्ते, ते ਉਹ ਬੰਦਾ ਜਿਹਨੂੰ ਕਿ ਅੱਜ ਤੋਂ ਸਾਲ ਪਹਿਲੇ ਮਿਰਜ਼ੇ ਦੇ ਇਹ ਹੀ ਨਹੀਂ ਸੀ ਪਤਾ ਕਿ ਮਿਰਜ਼ੇ ਨੇ ਕੋਈ ਕਿਤਾਬਾਂ ਵੀ ਲਿਖੀਆਂ ਨੇ। ਇਹ ਮੇਰਾ ਜਨੂਨ ਸੀ ਕਿ ਮੈਂ ਮਿਰਜ਼ੇ ਦੀ ਕੁੱਤੀ ਰੋਲਣੀ ਹੈ, ਠੀਕ ਹੈ। ਤੁਹਾਨੂੰ ਕੀ ਪਤਾ ਕਿ ਮੈਂ ਅੱਧੀ ਰਾਤੀ ਜਨਾਬਨ ਕੀ ਕਹਿੰਦੇ ਨੇ ਕਿਤਾਬਾਂ ਨੀਂਦ ਨਹੀਂ ਪਈ ਆਉਂਦੀ, ਮਿਰਜ਼ੇ ਦੀਆਂ ਕਿਤਾਬਾਂ ਖੋਲ ਲੀਆਂ, ਉਹਦੇ ਚੋਂ ਪੜ੍ਹਿਆ ਵੇ। ਮੁਫਤੀ ਸਾਹਿਬ ਮਾਸ਼ਾਅੱਲਾ ਤੁਸੀਂ ਇੰਨੇ ਨੇ ਹਵਾਲੇ ਦਿੱਤੇ ਨੇ। ਇੱਕ ਇਸ਼ਫਾਕ ਜਾਨ ਮੁੰਡਾ ਸੀ, ਹਾਫਜ਼ ਸੀ। ਇਹ ਬੁਨਿਆਦ ਉਸ ਬੰਦੇ ਨੇ ਰੱਖੀ ਹੈ। मेरी जाती कोई नहीं है कि नौज़ बिल्लाह एडा वड्डा काम मेरे इत्थों हो जाए। अल्लाह ताला, मैं अल्लाह की कसम चुक के कहना मुफ्ती साहब, जो मैं मरज़इयां के बारे च अल्लाह ताला की ज़ात ने मैंने सोची पाया ना कि मरज़इयां का हुण मंजी ठोकनी है, मैनू नहीं सी पता मैं की करना है। मैनू नहीं सी पता कि मिर्जे का कोई गंदा लिटरेचर भी है वे, ठीक है। इस लाइफ की बुनियाद रखने वाला अशफाक जान, हाफज अशफाक जान, जिन्होंने मैं लॉस्ट किया, वो तुहानू भी पता कि किहदी वजह तो किया। लेकिन हुण जे असी लोकां ने अपनिਆਂ ਦੇ ਵਿੱਚ मैनू कई वारी मुफ्ती साहब इंज हुंदा वे कि ਜਦੋਂ मैं बूथा बंद रखा ना, फिर लोकी गल्लां करदे ने कि शायद साहब तुसी क्यों नहीं बोलदे पे। ਤੇ ਮੈਂ ਜੇ ਕਿਸੇ ਨੂੰ ਕ੍ਰਿਟਿਸਾਈਜ਼ ਕੀਤਾ ਵੀ ਹੈ ਨਾ ਤੇ ਮੈਕਸਿਮਮ ਘੰਟਾ ਕੀਤਾ, ਉਹਦੇ ਤੋਂ ਬਾਅਦ ਕਈ ਬੰਦੇ ਆ ਗਏ ਨੇ ਕਿ ਛੱਡੋ ਸ਼ਾਇਦ ਸਭ ਦਫਾ ਕਰੋ, ਇਹ ਕਰੋ ਉਹ ਕਰੋ। ਆਪਣੇ ਆਪ ਨੂੰ ਮੈਂ ਕਿਸੇ ਨੂੰ ਜਸਟੀਫਿਕੇਸ਼ਨ ਮੈਨੂੰ ਦੇਣ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਇਹ ਮੇਰੇ 'ਚ ਤੇ ਮੇਰੇ ਰੱਬ ਦੀ ਜ਼ਾਤ ਦੇ ਵਿੱਚ ਜੋ ਮੈਂ ਵਿੱਚ ਪੈ ਕਰਨਾ ਵਾ। ਮੈਂ ਅੱਜ ਤੱਕ ਕਿਸੇ ਕੋਈ ਇੱਕ ਪੈਨੀ ਦਾ ਰਵਾਦਾਰ ਨਹੀਂ ਹਾਂ। ਸ਼ਾਇਦ ਜੇ ਕਿਸੇ ਦੇ ਮੇਰਾ ਕੋਈ ਮੈਨੂੰ ਜੇ ਕੋਈ ਸਕੈਂਡਲ ਬਣਿਆ ਵੀ ਹੈ ਨਾ, ਪੈਸੇ ਦੇਣ ਵਾਲਾ ਕਾਣਾ ਨਹੀਂ ਹੁੰਦਾ, ਪੈਸੇ ਲੈਣ ਵਾਲਾ ਕਾਣਾ ਹੁੰਦਾ। ਤੇ ਸ਼ਾਹਿਦ ਨੇ ਅੱਜ ਤੱਕ ਕਦੀ ਕਿਸੇ ਕੋਲ ਇੱਕ ਫੁੱਲ ਨਹੀਂ ਲਿਆ। ਜੇ ਕਿਸੇ ਨੇ ਫੁੱਲ ਮਾਰਿਆ ਤੇ ਉਹਨੂੰ ਵੀ ਗੁੱਸੇ ਹੋਇਆ ਕਿ ਨਾ ਕਰੋ। ਤੇ ਤੁਸੀਂ ਅੱਜ ਮੈਨੂੰ ਪੇ ਪੁੱਛਦੇ ਹੋ ਯਾਰ, ਇੱਕ ਉਹਦੀ ਵਾਲਦਾ ਫੌਤ ਹੋ ਗਈ ਦੀ ਹੈ ਮੁਫਤੀ ਸਾਹਿਬ, ਉਹਦਾ ਹੱਥ ਲੈ ਕੇ ਤੇ ਉੱਤੇ ਠੱਠਾ ਕੀਤਾ ਜਾ ਰਿਹਾ। ਉਹ ਕਿੱਡੇ ਬੇਹਿੱਸ ਇਨਸਾਨ ਹੋ ਤੁਸੀਂ ਯਾਰ।
मैं पिछले हफ्ते अपने पुत्र ਨੂੰ हथ लिखिया क्योंकि उन्होंने मैंने कहा कि बाबा जी मैं आपको हाथ लिखता हूँ। मैं क्या तुम मुझे लिखो, मैं तुझे लिखता हूँ। ਤੇ ਉਹਦੇ ਉੱਤੇ ਠੱਟਾ ਕੀਤਾ ਜਾ ਰਿਹਾ। ਜਨਾਬ ਚੰਦਾ ਸਿਸਟਰ ਦੀ ਵਾਲਦਾ ਸਾਹਿਬਾ ਨੇ ਉਦੋਂ WhatsApp ਕੋਈ ਨਹੀਂ ਸੀ, ਇੰਨੀ ਤੂੰ ਹਾਏ ਅੰਮੀ ਜੀ ਲੱਖ ਲਾਨਤ ਤੁਹਾਡੀ ਸੋਚ ਤੇ ਹੋ ਬਗੈਰ ਤੋਂ ਕਿ ਤੁਸੀਂ ਇੰਨਾ ਨੀਚੇ ਗਿਰ ਸਕਦੇ ਹੋ ਕਿ ਕਿਸੇ ਦੀ ਮਰੀ ਮਾਂ ਨੇ ਜਿਹੜਾ ਹੱਥ ਲਿਖਿਆ ਦਾ ਉਹਦੇ ਤੇ ਠੱਟਾ ਕਰਨਾ ਤੁਸੀਂ ਸਮਝਦੇ ਹੋ ਪਏ। ਤੇ ਫੇਰ ਵੀ ਲੋਕਾਂ ਨਹੀਂ ਸੁਣਿਆ, ਫੇਰ ਵੀ ਉੱਥੇ 5 ਹੀ ਬੰਦੇ ਬੈਠੇ ਨੇ, ਤੁਹਾਡੀ ਜ਼ਾਤ ਦੇ ਉੱਤੇ 5 ਬੰਦੇ ਨੇ। ਸ਼ਾਇਦ ਬੇਹਿੱਸੀ ਜੇ ਤੂੰ ਬੰਦਾ ਬੇਹਿੱਸ ਹੋ ਜਾ ਤਾਂ ਕੋਈ ਹੱਲ ਹੈ ਵੇ ਦੱਸੋ। ਵੈਸੇ ਸ਼ਾਇਦ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਯਕੀਨ ਮੰਨੋ ਇਹ ਮੈਂ ਨਾ ਇਹ ਰੂਟੀਨ ਟਿਕਟਾਕ ਤੇ ਮੈਂ ਵੇਖੀ ਜੇ। ਮੈਂ ਜਿਹੜਾ ਗੌਰ ਕੀਤਾ ਨਾ, ਇਹ ਨੇ ਸਾਰੇ ਬੈਠੇ ਓਵਰਸੀਜ਼ ਪਾਕਿਸਤਾਨੀ ਨੇ ਯੂਰਪ ਕੰਟਰੀਜ਼ 'ਚ ਜਾ ਕੇ ਬੈਠੇ ਜੇ। ਤੇ ਯੂਰਪ 'ਚ ਨਾ ਜਾ ਕੇ ਤੇ ਅਮੂਮੀ ਤੌਰ ਤੇ ਲੱਤ ਪੈ ਜਾਂਦੀ ਹੈ ਸ਼ਰਾਬ ਨੋਸ਼ੀ ਦੀ। ਤੇ ਜਦੋਂ ਸ਼ਰਾਬਾਂ ਪੀਂਦੇ ਨੇ ਨਾ ਤੇ ਅਕਲ ਮਾਊਫ ਹੋ ਜਾਂਦੀ ਹੈ ਤੇ ਫਿਰ ਜ਼ਨਾਕਾਰੀਆਂ ਵੀ ਕਰਦੇ ਨੇ, ਹੋਰ ਪੁੱਠੇ ਕੰਮ ਤੇ ਬਦਕਾਰ ਹੀ ਇਹ ਕਰਦੇ ਨੇ। ਉਹ ਫਿਰ ਇਹ ਵੇ ਕਿ ਇਹ ਸਭ ਨਤੈਜ ਉਹਦੇ ਜੇ। ਯਕੀਨ ਮੰਨੋ ਫਿਰ ਉਹ ਦੀਨ ਮਜ਼ਹਬ ਤੇ ਦੂਜੀ ਸਾਈਡ ਤੇ ਰਹਿ ਜਾਂਦਾ ਨਾ। ਉਹ ਕਿਸੇ ਦੀ ਮੁਸਲਮਾਨ ਦੀ ਜਾਂ ਇਨਸਾਨ ਦੀ ਇੱਜ਼ਤ ਤੋਕੀਰ ਹੁਰਮਤ ਉਹ ਸਾਈਡ ਤੇ, ਕਿਉਂਕਿ ਸ਼ਰਾਬ ਨੂੰ ਐਸੇ ਵਜ੍ਹਾ ਤੋਂ ਹਰਾਮ ਕਿਹਾ ਗਿਆ ਸੀ ਕਿ ਬਈ ਇਹ ਇੰਜ ਦੇ ਕੰਮ ਹੀ ਕਰਵਾਉਂਦੀ ਹੈ। ਮੁਫਤੀ ਸਾਹਿਬ ਸ਼ਰਾਬ ਤੋਂ ਜ਼ਿਆਦਾ ਨਸ਼ਾ ਅੱਜ ਕੱਲ੍ਹ ਲੋਕਾਂ ਨੂੰ ਟਿਕਟਾਕ ਤੇ ਚੜਿਆ ਦਾ। ਇਹ ਸ਼ਰਾਬ ਤੋਂ ਜ਼ਿਆਦਾ ਬੁਰਾ ਆ ਜਾਂਦੇ ਨੇ ਨਾ, ਸ਼ਰਾਬੀ ਲੋਕ ਨੇ, ਇਹ ਜ਼ਾਨੀ ਲੋਕ ਨੇ। ਔਰ ਬਸ ਅੱਲਾ ਹੀ ਮਾਫ ਕਰੇ, ਅੱਲਾ ਨੇ ਪਰਦੇ ਹੀ ਰੱਖੇ ਨੇ, ਬਸ ਅੱਲਾ ਪਰਦੇ ਹੀ ਰੱਖੇ ਤੇ ਅੱਲਾ ਮਾਫ ਕਰੇ, ਅੱਲਾ ਮਾਫ ਕਰੇ। ਤੋਬਾ ਤੋਬਾ। ਮੈਨੂੰ ਇੰਨਾ ਪਤਾ ਵੇ ਕਿ ਇਸਲਾਮ ਦੇ ਵਿੱਚ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਨਾ, ਠੀਕ ਹੈ, ਮਰਦਾਂ ਦੀਆਂ ਹੋਈਆਂ ਨੇ, ਉਹਨਾਂ ਔਰਤਾਂ ਤੇ ਬੱਚਿਆਂ ਨੂੰ ਸਾਈਡ ਤੇ ਰੱਖਿਆ। ਤੇ ਤੁਸੀਂ ਮਾਸ਼ਾਅੱਲਾ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਹੋ, ਕਿਸੇ ਨੇ ਕਿਸੇ ਦੀ ਵੋਟੀ ਟੰਗੀ ਹੈ, ਕਿਸੇ ਨੇ ਕਿਸੇ ਦੀ ਵੋਟੀ ਟੰਗੀ ਹੈ, ਆਪਸ ਚ ਮਾਵਾਂ ਭੈਣਾਂ ਦੀਆਂ ਪੇ ਗਾਲਾਂ ਕੱਢਦੇ ਹੋ। ਯਾਰ ਤੁਸੀਂ ਛੋਟੇ ਜਿਹੇ ਬੱਚੇ ਹੋ, ਠੀਕ ਹੈ। ਇਸ ਚੀਜ਼ ਦਾ ਕਿਹਨੂੰ ਫਾਇਦਾ ਕਿਹਨੂੰ ਹੋ ਰਿਹਾ? ਮੈਨੂੰ ਇਹ ਸਮਝ ਨਹੀਂ ਆਉਂਦੀ, ਇਸ ਚੀਜ਼ ਦਾ ਫਾਇਦਾ ਕਿਹਨੂੰ ਹੋ ਰਿਹਾ? ਕਿਆ ਇਸ ਚੀਜ਼ ਦਾ ਫਾਇਦਾ ਮਰਜ਼ਈਆ ਤਾਂ ਨਹੀਂ ਪਈ ਚੁੱਕਦੀ? ਮੈਂ ਤੇ ਕੰਜਰੋ ਤੁਹਾਡੇ ਬਾਰੇ ਚ ਗੱਲ ਨਹੀਂ ਕਰਨਾ ਚਾਹੁੰਦਾ, ਸਿਰਫ ਤੇ ਸਿਰਫ ਐਸ ਮਾਰਿਆ ਕਿ ਮਰਜ਼ਈਆਂ ਨੂੰ ਫਾਇਦਾ ਨਾ ਹੋਏ। ਵਾਲੇਕੁਮ ਸਲਾਮ। इजाजत दियो तो मुफ्ती साहब को क्वेश्चन कर सकते हैं? जी जी बोले, मैं अब म्यूट लगा लेता हूँ तो बोलें जी। हाँ जी, अस्सलाम वालेकुम जी। मुफ्ती साहब ਜਿਹੜੇ ਜੀ ਵਾਲੇਕੁਮ ਇਹਨਾਂ ਦਾ ਬੁਨਿਆਦੀ ਕਾਦੀਆਨੀਆਂ ਦਾ ਬੁਨਿਆਦੀ ਅਕੀਦਾ ਜਿਹੜਾ ਹੈ ਇਹ ਤੇ ਇਹ ਹੀ ਨੇ ਕਿ ਇਹ ਆਖਦੇ ਨੇ ਕਿ ਆਪ ਸੱਲੱਲਾਹੁ ਅਲੈहि ਵਸੱਲਮ ਨੂੰ ਵੀ ਮੰਨਦੇ ਨੇ ਤੇ ਫਿਰ ਵੀ ਮਿਰਜ਼ੇ ਨੂੰ ਆਖਰੀ ਨਬੀ ਮੰਨਦੇ ਨੇ, ਮੁਜਤਹਿਦ ਮੰਨਦੇ ਨੇ, ਮਸੀਹ ਮੰਨਦੇ ਨੇ, ਉਸ ਤੋਂ ਬਾਅਦ ਇਮਾਮ ਮਹਿਦੀ ਵੀ ਮੰਨਦੇ ਨੇ। ਇਹ ਜਿਹੜਾ ਇਹਨਾਂ ਦਾ ਅਕਾਇਦ ਨੇ ਇਹ ਹੀ ਇਹਨਾਂ ਦੀ ਬਾਤਲ ਹੋਣ ਦੀ ਪਹਿਲੀ ਨਿਸ਼ਾਨੀ ਹੈ ਕਿ ਇੱਕ ਬੰਦਾ ਇਸ ਤਰ੍ਹਾਂ ਹੋ ਸਕਦਾ ਜੋ ਚਾਰੇ ਦਾਅਵੇ ਕਰਦੇ ਔਰ ਉਹਦੀ ਇੱਕ ਵੀ ਦਲੀਲ ਮੌਜੂਦ ਨਾ ਹੋਵੇ। ਇਹ ਸ਼ਾਹਿਦ ਸਾਹਿਬ ਨੇ 2-3 ਦਿਨ ਪਹਿਲੇ ਬਰਾੜ ਤੇ ਗੱਲ ਕੀਤੀ ਸੀ ਕਿ ਤੁਸੀਂ ਅਗਰ ਇਹਨਾਂ ਦੀਆਂ ਆਪਣੀਆਂ ਕਿਤਾਬਾਂ ਪੜ੍ਹੋ ਤੇ ਤੁਸੀਂ ਇਹਨਾਂ ਨੂੰ ਛਿੱਤਰ ਮਾਰੋ ਕਿ ਤੁਸੀਂ ਕਿਤਾਬਾਂ ਵਿੱਚ ਟੌਮ ਐਂਡ ਜੈਰੀ ਦੀਆਂ ਸਟੋਰੀਆਂ ਲਿਖੀਆਂ ਨੇ। ਉਹ ਕਿਤਾਬਾਂ ਲਿਖੀਆਂ ਨੇ ਮਿਰਜ਼ੇ ਨੇ, ਉਹ ਤੇ ਚਵਲਾਂ ਮਾਰੀਆਂ ਨੇ ਉਸਨੇ। ਦੂਜੀ ਗੱਲ ਇਹ ਹੈ ਵੀ ਨਬੀ ਜਿਹੜੇ ਹੁਣ ਅੱਲਾ ਦੇ ਨਬੀ ਹੋਣ ਨਾ ਜਾਂ ਅੱਲਾ ਦੇ ਬਰਗਜ਼ੀਦਾ ਬੰਦੇ ਹੋਣ, ਉਹ ਕਦੀ ਲੈਟਰੀਨਾਂ ਵਿੱਚ ਨਹੀਂ ਜਾਂਦੇ। ਜੀ ਜਜ਼ਾਕੱਲਾ। ਅਸਲ ਦੇ ਵਿੱਚ ਗੱਲ ਹੈ ਜੇ, ਇਹ ਤੁਹਾਡਾ ਨਾਮ ਕੀ ਹੈ ਜੀ? ਹਸਾਮ ਭਾਈ। ਹਸਾਮ ਭਾਈ, ਗੱਲ ਹੈ ਜੇ ਕਿ ਉਹ ਮਿਰਜ਼ੇ ਕਾਦੀਆਨੀ ਦੇ ਕੋਈ 4 ਦਾਅਵੇ ਨਹੀਂ ਹੈ, ਉਹਦੇ ਪਤਾ ਨਹੀਂ 4000 ਤੋਂ ਵੀ ਜ਼ਿਆਦਾ ਨੇ ਦਾਅਵੇ। ਉਹਦੇ ਦਾਅਵੇ ਤੇ ਅੱਜ ਤੱਕ ਕਿਸੇ ਕਾਦੀਆਨੀ ਨੂੰ ਵੀ ਨਹੀਂ ਪਤਾ ਚੱਲਿਆ ਕਿ ਮਿਰਜ਼ਾ ਅਸਲ 'ਚ ਬੁਲਾ ਕੀ ਸੀ। ਉਹ ਨਹੀਂ ਹੈ ਉਹ ਕਹਿਣਾ ਕਿਆ ਚਾਹਤੇ ਹੋ। ਉਹ ਇਹ ਜੇ ਕਿ ਮਿਰਜ਼ੇ ਨੂੰ ਜਦੋਂ ਪੜ੍ਹੀਏ ਤੇ ਇੰਝ ਹੀ ਬੰਦਾ ਸਵਾਲ ਕਰਦਾ ਉਹ ਕਹਿਣਾ ਕਿਆ ਚਾਹ ਰਹੇ ਹੋ। मैं जी आर्यों का बादशाह हूँ, मैं रुद्र गोपाल हूँ, मैं जय सिंह बहादुर हूँ, मैं कृष्ण हूँ, मैं असदुल्ला हूँ, मैं अमीनुल मलक हूँ, हाँ जी, मैं दाऊद हूँ, मैं ईसा हूँ, मैं मूसा हूँ। 1,24,000 ते वो दावा जात जे ओदे सारे नबी आंदे मेरे अंदर समाए ने। बशर की जाए नफरत हो जे, किरमे खाकी हो जे, हाँ जी, किरमे खाकी हूँ मेरे प्यारे, ना आदमजाद हूँ, आंदा मैं बंदे दा पुत्र ही नहीं है, हूँ बशर की जाए नफरत और इंसानों की यार। वो आंदा मैं इंसाना दी यार हाँ।
ਚਾਰ ਦਾਅਵੇ ਤੇ ਉਹਦੇ ਇਸ ਇੱਕ ਸ਼ੇਰ ਦੇ ਵਿੱਚ ਪਾਏ ਜਾਂਦੇ ਨੇ ਪਏ। ਜੀ ਅਗਰ ਇਸ ਬੈਤੁੱਲਾ ਉਹ ਆਂਦਾ ਕਾਬਾਤੁੱਲਾ ਵੀ ਮੈਂ ਹੀ ਆ, ਬੈਤੁੱਲਾ ਦਾ ਵੀ ਉਹਦਾ ਦਾਅਵਾ ਹੈ। ਹਜਰੇ ਅਸਵਦ ਵੀ ਆਂਦਾ ਜੇ ਮੈਂ ਹੀ ਜੇ, ਇਹ ਲੋ ਕਰ ਲੋ ਆਂਦਾ ਜੀ। ਫਿਰ ਕਦੀ ਖੁਦਾ ਬਣ ਜਾਂਦਾ, ਰਹੀ ਤੂੰ ਨਹੀਂ ਫਿਲਮ ਨਾਮੀ ਆਈਨ ਅੱਲਾ ਵਤ ਯਕਨ ਤੋਂ ਅੰਨਾ ਨਹੀਂ ਹੁਆ, ਉਹ ਖੁਦਾ ਬਣਦਾ ਜੇ ਪਿਆ। ਫਿਰ ਖੁਦਾ ਦਾ ਬੇਟਾ ਬਣਦਾ ਹੈ ਪਿਆ, ਆਂਦਾ ਮੈਂ ਮੈਨੂੰ ਵਹੀ ਨਾਜ਼ਲ ਹੋਈ ਹੈ ਇਸਮਾ ਵਾਲਾ ਦੀ, ਇਹ ਮੇਰੇ ਬੇਟੇ ਮੇਰੀ ਬਾਤ ਤਵੱਜੋ ਨਾਲ ਸੁਣ। ਅੰਤਾ ਵੀ ਮੰਜ਼ਲਾਤੀ ਔਲਾਦੀ, ਅੰਤਾ ਵੀ ਮੰਜ਼ਲਾਤੀ ਵਾਲਾਦੀ, ਤੂੰ ਅੱਲਾ ਕਹਿੰਦਾ ਪਿਆ ਕਿ ਤੂੰ ਤਾਂ ਮੇਰੇ ਬੇਟੇ ਦੀ ਤਰ੍ਹਾਂ ਹੈ, ਤੂੰ ਮੇਰੀ ਔਲਾਦ ਦੀ ਤਰ੍ਹਾਂ ਹੈ। ਉਹ ਮਿਰਜ਼ੇ ਦੇ ਦਾਅਵੇ ਤੁਸੀਂ ਅੱਲਾ ਦੀ ਕਸਮ ਚੁੱਕ ਕੇ ਕਹਿਣਾ ਵਾ। ਮੈਨੂੰ ਮੈਂ ਜ਼ਾਤੀ ਤੌਰ ਤੇ ਇੰਨਾ ਮੁਤਾਲਾ ਹੈ ਮੇਰਾ, ਔਰ ਮੈਂ ਕਾਦੀਆਨੀ ਕਿਤਾਬਾਂ ਨੂੰ ਤੇ ਮਤਲਬ ਖੰਗਾਲਿਆ ਹੋਇਆ, ਔਰ ਕਈ ਦਫਾ ਮੇਰੇ ਜ਼ਿਹਨ 'ਚ ਸਵਾਲ ਆਉਂਦਾ ਹੈ, ਔਰ ਮੈਂ ਤਨਹਾਈ 'ਚ ਕਦੀ ਸੋਚਣਾ ਵਾ ਕਿ ਯਾਰ ਮੁਬਸ਼ਰ ਸ਼ਾਹ ਜਿੰਨਾ ਤੂੰ ਕਾਦੀਆਨੀ ਕਿਤਾਬਾਂ ਨੂੰ ਪੜ੍ਹਨਾ ਹੈ, ਕੁਰਾਨ ਵੀ ਪੜ੍ਹਿਆ ਕਰਨਾ। ਕੁਰਾਨ ਮੈਂ ਪੜ੍ਹਨਾ ਅਲਹਮਦੁਲਿਲਾ, ਲੇਕਿਨ ਜ਼ਿਆਦਾ ਸਾਡਾ ਜਿਹੜਾ ਮੁਤਾਲਾ ਹੈ ਨਾ ਉਹ ਕਾਦੀਆਨੀ ਕਿਤਾਬਾਂ ਦਾ ਹੈ। ਇੱਕ ਇੱਕ ਕਿਤਾਬ ਨੂੰ ਅਸੀਂ ਪਤਾ ਨਹੀਂ ਕੋਈ 5-5 10-10 20-20 25-25 ਕੋਈ 100 ਵਾਰੀ ਪੜ੍ਹਿਆ ਹੈ, ਇੱਕ ਇੱਕ ਇਬਾਰਤ ਨੂੰ, ਇੱਕ ਇੱਕ ਕਿਤਾਬ ਨੂੰ, ਤੇ ਉਹ ਰੱਟੀਆਂ ਨੇ ਸਾਨੂੰ ਚੀਜ਼ਾਂ। ਤੇ ਅੱਜ ਤੱਕ ਜਿਹੜਾ ਵੇ ਸਾਨੂੰ ਨਹੀਂ ਜੇ ਪਤਾ ਚੱਲਿਆ ਕਿ ਮਿਰਜ਼ੇ ਦੇ ਟੋਟਲ ਦਾਅਵੇ ਕਿੰਨੇ ਨੇ। ਟੋਟਲ ਜ਼ੰਦੀਕ, ਟੋਟਲ ਮੁਲਹਿਦ ਤੇ ਮੁਸ਼ਰਕ ਆਦਮੀ ਇਹ ਜਮਾਤ ਹੈ। ਹਾਂ, ਤੇ ਦਾਵਾ ਦਾ ਤੇ ਉਹਦੇ ਤੇ ਬੇਸ਼ੁਮਾਰ ਦਾਵਾ, ਕੋਈ ਸਮਝ ਹੀ ਨਹੀਂ ਆਉਂਦੀ ਉਹ ਕਿੱਥੇ ਚੜਦਾ ਹੈ ਕਿੱਥੇ ਲੱਥਦਾ ਹੈ। ਜਦੋਂ ਉਹ ਤਕੱਬਰ ਤੇ ਆਂਦਾ ਜੇ ਤਾਂ ਖੁਦਾ ਦਾ ਬੇਟਾ ਬਣ ਜਾਂਦਾ ਹੈ, ਤੇ ਜਦੋਂ ਉਹ ਆਜਜ਼ੀ ਤੇ ਇਨਕਿਸਾਰੀ ਤੇ ਆਂਦਾ ਹੈ ਤੇ ਬਸ਼ਰ ਦੀ ਜਾਏ ਨਫ਼ਰਤ ਤੇ ਲਾਮਨੂਨ ਬਣ ਜਾਂਦਾ ਹੈ। ਦੱਸੋ ਹੁਣ ਬੰਦਾ ਕੀ ਕਰੇ? ਉਹਦੀ ਕੋਈ ਸਮਝ ਹੀ ਨਹੀਂ ਆਉਂਦੀ ਉਹ ਜਾਂਦਾ ਕਿੱਧਰ ਹੈ ਪਿਆ। ਜੀ ਸਾਮ ਭਾਈ। जी बिल्कुल दुरुस्त बात है जी, बिल्कुल दुरुस्त बात मुफ्ती साहब। जे कादियानियां ना कोई कादियानी पहले तो टक्करदा को नहीं कती है वे, कोई साल बाद कोई एक कादियानी आ जाए ते ओदे सामने जिन्नी तुसी गल कर लो ने एक ही कहना ईसा को जिंदा साबित करके दिखा दो। ਉਹ ਅਸੀਂ ਕਹਿੰਦੇ ਆ ਮਿਰਜ਼ਾ ਜ਼ਾਨੀ ਜ਼ਨਾ ਕਰਦਾ ਹੈ ਪਿਆ ਹੀਰਾ ਮੰਡੀ ਦੇ ਵਿੱਚ। ਉਹਨੇ ਸਭ ਤੋਂ ਪਹਿਲੇ ਕੋਠਾ ਆਪਣਾ ਮਿਰਜ਼ੇ ਕਾਦੀਆਨੀ ਨੇ ਬਣਾਇਆ ਸੀ। ਉਹ ਲੱਖੀ ਤਵਾਇਫ ਦੇ ਨਾਲ ਉਹਦੇ ਬੜੇ ਸਨ ਹਿਸਾਬ ਕਿਤਾਬ, ਤੇ ਉਹ ਕਾਦੀਆਨੀ ਉੱਠੇਗਾ ਉਹ ਨਹੀਂ ਉਹ ਤੂੰ ਨਾ ਈਸਾ ਕੋ ਜ਼ਿੰਦਾ ਸਾਬਤ ਕਰਕੇ ਦਿਖਾ। ਉਹ ਮੈਂ ਕਹਿੰਦਾ ਮਿਰਜ਼ਾ ਕਾਦੀਆਨੀ ਨਸ਼ੇ 'ਚ ਟੁੰਨਵੇਂ, ਕਦੀ ਉਹ ਪੋਰਟ ਵਾਈਨ ਪੀ ਰਿਹਾ, ਕਦੀ ਸਟਰਿੰਗਸ ਵਾਈਨ ਪੀ ਰਿਹਾ, ਕਦੀ ਟਾਨਕ ਵਾਈਨ ਪੀ ਰਿਹਾ, ਕਦੀ ਕੋਲਾ ਵਾਈਨ ਪੀ ਰਿਹਾ, ਮੁਖਤਲਿਫ ਕਿਸਮ ਦੀਆਂ ਵਾਈਨਾਂ ਉਹ ਯੂਜ਼ ਕਰਦਾ ਸੀ। ਤੇ ਕਾਦੀਆਨੀ ਉੱਠ ਕੇ ਕਹੇਗਾ ਨਹੀਂ ਤੂੰ ਨਾ ਈਸਾ ਕੋ ਜ਼ਿੰਦਾ ਸਾਬਤ ਕਰਕੇ ਦਿਖਾ। अच्छा मुफ्ती साहब, साडा ते यही अकीदा है ना कि जनाबी ईसा अलैहिस्सलाम अल्लाह ने जिंदा आसमान पे उठा लिया। इमाम महदी और ईसा अलैहिस्सलाम काबे च आवणगे, और ये हदीस के अल्फाज ने शायद अगर मैं गलती ना करा, वो दुनिया को अदल से भर देंगे। जी हाँ बिल्कुल जी, हदीस च जनाब जिस वक्त इन्हां नाल ये गल कीती जाए कि अगर ये गुलाम अहमद कादियानी जेड़ा है ये अगर इमाम महदी है तो दुनिया अदल नाल भरी क्यों नहीं गई? देखो ना जी, अगर ये इमाम महदी है तो फिर दुनिया नूं अदल नाल भर जाना चाहिए सी, हुण तो क़यामत भी बरपा हो जानी चाहिए सी, लेकिन क्यों नहीं हुई? वजह के झूठ है, वो कुछ भी नहीं जी। वो ते तुहानूं दस्सिया ना, ओहदा कोई सिर पैर ही नहीं है। कदी वो इमाम महदी तुरिया हुंदा जे बनदा है, कदी ईसा बनया हुंदा जे, कदी मुहम्मद बन जांदा है, कदी और रूदर गोपाल बन जाता है, कदी बुद्ध बन जाता है, कदी जरतश्त बन जाता है, कदी कृष्ण बन जाता है। ओदी कोई समझ कोई ओदा कोई एक दावा कोई होए ते फिर है ना जी। शाहिद भाई ने 2-3 दिन पहले बराड़ ते गल कीती सी कि उस वक्त हुकूमत पाकिस्तान को गलती हुई है कि इन्हां नूं गैर मजहब से छड्ड देंदे, इन्हां नूं टोटली खारिज कर देंदे पाकिस्तान दे विच, टोटली। बस जी शाहिद भाई, मैं ना मेरी सुबह अपॉइंटमेंट है 8 बजे, तो यहाँ पे बज गए 1:15 हो गए, तो मेरे ख्याल से आज के लिए मुझे माजरत कर दें। कल जाओ जी जाओ भाई जी, ਅਸੀਂ ਵੀ ਕਈ ਦਿਨਾਂ ਬਾਅਦ ਆ ਹੀ ਗਏ ਤੇ ਤੁਸੀਂ ਹੁਣ ਜਾਨ ਛਡਾਉਂਦੇ ਹੋ ਸ਼ਾਇਦ भाई। नहीं मुफ्ती साहब कसम से मेरी सुबह 8 बजे अपॉइंटमेंट है और मेरी यहाँ पे बंद हो रही है। अगर तो बैठना है आज ਅਸੀਂ ਆਈਡੀ ਨੂੰ ਫਾਲੋ ਕਰ ਲਓ, ਤੇ ਜਦੋਂ ਅਸੀਂ ਕਦੀ ਕੋਈ
ਬਰਾੜ ਮੇਰਾ ਤੇ ਦਿਲ ਨਹੀਂ ਜੇ ਕਰਦਾ ਸ਼ਾਹਿਦ ਭਾਈ, ਤੇ ਜੇ ਮੈਂ ਕਰ ਲਵਾਂ ਤੇ ਯਾਰ ਆ ਜਾਇਆ ਕਰੋ ਮੇਰੀ ਬਰਾੜ ਤੇ ਚਲੋ ਫਿਰ ਬੰਦਾ ਬਹਿ ਕੇ ਕੋਈ ਇਲਮੀ ਗੁਫ਼ਤਗੂ ਤੇ ਤੁਸੀਂ ਮੁਫਤੀ ਸਾਹਿਬ ਆਪਣੀ ਬਰਾੜ ਆਨ ਕਰ ਦਿਓ ਨਾ, ਮੈਂ ਆਈਡੀ ਉੱਤੇ ਆਪਣੀ ਪਾ ਦੇਣਾ, ਮੈਂ ਤੇ ਫਿਰ ਸੌਂ ਜਾਣਾ ਵਾ। ਬਸ ਠੀਕ ਹੈ, ਕੋਈ ਨਹੀਂ, ਬਸ ਮੈਂ ਵੀ ਮੂੜੀ ਆ ਸਾਰੀ audio ਨੂੰ ਉੱਤੇ ਆ ਜਾਏਗੀ। ਜਦੋਂ ਮੂਡ ਹੁੰਦਾ ਹੈ ਤੇ ਉਦੋਂ ਕਰ ਲਈਦਾ ਹੈ। ਤੁਹਾਨੂੰ ਭਾਈ ਲੋਕ ਫਾਲੋ ਕਰ ਲਿਆ ਇਨਸ਼ਾਅੱਲਾ। ਨਹੀਂ ਜੇ ਤੁਸੀਂ ਆਪਣੀ ਲਾਈਵ ਆਨ ਕਰ ਦੋਗੇ ਨਾ ਬੈਟਰ ਰਹੇਗਾ, ਮੈਂ ਆਪਣੀ ਆਈਡੀ ਵਿੱਚ ਪਾ ਕੇ ਤੇ ਸੌਂ ਜਾਣਾ। ਜੀ ਜੀ ਸ਼ਾਹਿਦ ਭਾਈ ਜਜ਼ਾਕ ਅੱਲਾ ਤੁਸੀਂ ਆਪਣੀ ਲਾਈਵ ਆਨ ਕਰੋ ਜੀ ਇਨਸ਼ਾਅੱਲਾ ਜੀ। ਤੁਸੀਂ ਆਪਣੀ ਲਾਈਵ ਆਨ ਮੈਂ ਉੱਤੇ ਆਉਣਾ। ਚਲੋ ਸਾਰੇ ਮੁਫਤੀ ਸਾਹਿਬ ਨੂੰ ਫਾਲੋ ਕਰੋ, ਸਾਰੇ ਮੁਫਤੀ ਸਾਹਿਬ ਨੂੰ ਫਾਲੋ ਕਰੋ ਤੇ ਮੁਫਤੀ ਸਾਹਿਬ ਆਪਣੀ ਲਾਈਵ ਆਨ ਕਰ ਦੇਣਾ। ਮੈਂ ਸੋਚਿਆ ਨਾ ਮੁਫਤੀ ਸਾਹਿਬ ਮੈਂ ਨਾ ਬੜੀ ਇੰਪੋਰਟੈਂਟ ਮੇਰੀ ਕੱਲ अपॉइंटमेंट में मोड़ जाना। बिल्कुल ठीक है, बिल्कुल ठीक है, आप जाओ 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 ठीक। ओके जी, अल्लाह हाफिज़। सारे मुफ्ती साहब नु फॉलो कर लो तो मुफ्ती साहब लाइव आंदे ते उन्हां को। हां जी फॉलो कर लो, फॉलो। ओके, अल्लाह हाफिज़। अल्लाह हाफिज़।